ਗੁਰੂ ਨਾਨਕ ਪਦ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰੂ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਸ਼੍ਰੀ ਗੁਰੂ ਰਾਮਦਾਸ ਗੁਣ ਗਾਓ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਹਰਿ ਗੋਬਿੰਦ ਸੁਮਤ ਪ੍ਰਗਾਸ਼ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਮੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋਈ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਹੋਈ ਦੋਹਰਾ ਆਦਿਕ ਬਹੁਤੀ ਸਮਝਾਈ ਤਜਿਓ ਨਾ ਸੰਗ ਵਿਸਾਲ ਹਟਾਈ ਦਰਸ਼ਨ ਕਰ ਆਹਾਰ ਸੋ ਖਾਈ ਮੋਹਿ ਸਮਾਨ ਨੇਮ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਪਿਛਲੇ ਪਹਿਰਾਂ ਦੇ ਦੀਵਾਨ ਸਜਾਉਂਦੇ ਹੋਏ ਆਪ ਜੀ ਗੁਰੂ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਓ ਲੜੀਵਾਰ ਇਤਿਹਾਸ ਦੀ ਕਥਾ ਵਿਚਾਰ ਨਾਲ ਜੁੜਨਾ ਕਰੀਏ ਜੀ। ਆਪਾਂ ਵਿਚਾਰਾਂ ਸਰਵਣ ਕਰ ਰਹੇ ਸੀ ਜਿਸ ਵੇਲੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਅਬਚਲ ਨਗਰ ਨੰਦੇੜ ਪਹੁੰਚ ਗਏ ਹਨ ਤੇ ਸਾਰਾ ਬਹੀਰ ਪਿੱਛੇ ਹੈ। ਭਾਈ ਸਾਹਿਬ ਭਾਈ ਰਾਮ ਕੋਇਰ ਜੀ ਦੱਸ ਰਹੇ ਹਨ ਕਿ ਮੈਂ ਵੀ ਨਾਲ ਸੀ ਤੇ ਪਿੱਛੇ ਪਿੱਛੇ ਮਾਤਾ ਸਾਹਿਬ ਕੌਰ ਜੀ ਵੀ ਜਾ ਰਹੇ ਹਨ, ਮੈਂ ਵੀ ਉਹਨਾਂ ਦੇ ਨਾਲ ਸੀ। ਔਰ ਸਤਿਗੁਰਾਂ ਨੇ ਉਹਨਾਂ ਨੂੰ ਸਮਝਾਇਆ, ਮੈਂ ਵੀ ਬੇਨਤੀ ਕੀਤੀ ਕਿ ਮਾਤਾ ਜੀ ਤੁਸੀਂ ਦਿੱਲੀ ਚਲੇ ਜਾਓ, ਮਾਤਾ ਸੁੰਦਰ ਕੌਰ ਦੇ ਕੋਲ ਰਹਿਣਾ ਕਰੋ। ਪਰ ਮਾਤਾ ਜੀ ਕਹਿੰਦੇ ਮੇਰਾ ਤਾਂ ਨੇਮ ਹੈ, ਮੈਂ ਦਰਸ਼ਨ ਕਰੇ ਬਿਨਾਂ ਪ੍ਰਸ਼ਾਦਾ ਨਹੀਂ ਛਕਦੀ ਤੇ ਮੇਰਾ ਵੀ ਨੇਮ ਸੀਗਾ ਕਿ ਮੈਂ ਸਤਿਗੁਰ ਦੇ ਰੋਜ਼ਾਨਾ ਦਰਸ਼ਨ ਕਰਾਂ। ਤੇ ਮੈਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਜਦੋਂ ਤੁਸੀਂ ਸ਼ਿਕਾਰ ਦੇ ਬਹਾਨੇ ਜੰਗਲ ਵੱਲ ਜਾਓਗੇ ਤੁਹਾਨੂੰ ਉੱਥੇ ਮੇਰੇ ਦਰਸ਼ਨ ਹੋਣਗੇ। ਮੈਂ ਵਾਪਸ ਮੁੜ ਆਇਆ ਪਰ ਮਾਤਾ ਜੀ ਨਾ ਮੁੜੇ। ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਤਾ ਜੀ ਨੂੰ ਮਿਲਦੇ ਹਨ ਤੇ ਕੀ ਬਖਸ਼ਿਸ਼ ਕਰਦੇ ਆ, ਇਹ ਵਿਚਾਰਾਂ ਹੁਣ ਆਪਾਂ ਆਰੰਭ ਕਰਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸਾਂ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਦਿਕ ਬਹੁਤੀ ਸਮਝਾਈ, ਤਜਿਓ ਨਾ ਸੰਗ ਵਿਸਾਲ ਹਟਾਈ। ਭਾਈ ਸਾਹਿਬ ਜੀ ਦੱਸਦੇ ਹਨ ਕਿ ਮਾਤਾ ਜੀ ਨੂੰ ਬਹੁਤ ਸਮਝਾਇਆ, ਬਹੁਤ ਕਿਹਾ ਵੀ ਤੁਸੀਂ ਦਿੱਲੀ ਚਲੇ ਜਾਓ, ਪਰ ਉਹ ਨਾ ਮੁੜੇ ਜੀ। ਦਰਸ਼ਨ ਕਰ ਆਹਾਰ ਸੋ ਖਾਈ, ਮੋਹਿ ਸਮਾਨ ਨੇਮ ਨਿਭਾਈ। ਔਰ ਉਹਨਾਂ ਦਾ ਵੀ ਨੇਮ ਸੀ ਦਰਸ਼ਨ ਕਰਕੇ ਪ੍ਰਸ਼ਾਦਾ ਛਕਣਾ, ਜਿਵੇਂ ਮੇਰਾ ਨੇਮ ਸੀ ਉਸੇ ਤਰ੍ਹਾਂ ਉਹ ਵੀ ਆਪਣਾ ਨੇਮ ਨਿਭਾਉਣਾ ਚਾਹੁੰਦੇ ਹਨ। ਮਾਤ ਸੰਗ ਮੈਂ ਹੋਈ ਹਟ ਪਰਿਓ, ਆਵਨ ਮਦਰ ਦੇਸ਼ ਮਹਿ ਕਰਿਓ। ਚਲੋ ਮੇਰਾ ਵਾਪਸ ਮੁੜਨ ਦਾ ਸਮਾਂ ਹੋਇਆ, ਮੈਂ ਮਾਤਾ ਜੀ ਨੂੰ ਬਹੀਰ ਦੇ ਨਾਲ ਛੱਡ ਕੇ ਪੰਜਾਬ ਵੱਲ ਆ ਗਿਆ ਜੀ। ਅਖੀਰ ਹਿਤ ਗਮਨੋਂ ਬਾਹਰ, ਦਰਸ਼ਨ ਗੁਰ ਦਰਸੋਂ ਤਬ ਜਾਹਰ। ਮੈਨੂੰ ਸਤਿਗੁਰਾਂ ਨੇ ਜਿਹੜੇ ਬਚਨ ਕੀਤੇ ਸੀ ਕਿ ਰਾਮ ਕੌਰ ਜੀ, ਜਦੋਂ ਤੁਸੀਂ ਦਰਸ਼ਨਾਂ ਦੇ ਇੱਛਾਵਾਨ ਹੋਵੋਗੇ, ਜੰਗਲਾਂ ਵੱਲ ਸ਼ਿਕਾਰ ਦੇ ਬਹਾਨੇ ਜਾਓਗੇ ਤੇ ਉੱਥੇ ਦਰਸ਼ਨ ਹੋਣਗੇ ਜੀ। ਚਲ ਨਗਰ ਗਏ ਗੁਰ ਰਹੀ, ਸਮਾ ਅੰਤ ਤਨ ਕੋ ਤਬ ਲਹੀ। ਔਰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੇਖਿਆ ਕਿ ਹੁਣ ਸਾਡਾ ਸਮਾਂ ਜਿਹੜਾ ਸਮਾਪਤ ਹੋ ਗਿਆ ਹੈ, ਕਿਉਂਕਿ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ ਆ ਔਰ ਹੁਣ ਅਸੀਂ ਅਲੋਪ ਹੋਣਾ ਹੈ। ਸੰਗ ਸਤੀ ਹੋਏ ਸਾਹਿਬ ਦੇਵੀ, ਚਿਤ ਮਹਿ ਚਿਤਵਤ ਤੇ ਪ੍ਰਭ ਕੀਵੀ। ਕਿਤੇ ਐਸਾ ਨਾ ਹੋਵੇ ਜਦੋਂ ਅਸੀਂ ਸਰੀਰ ਤਿਆਗੀਏ ਤੇ ਸਹਿਬ ਦੇਵਾ, ਸਾਡੀ ਸੁਪਤਨੀ ਜੋ ਸਾਡੇ ਮਗਰ ਆ ਗਈ ਹੈ, ਵਾਪਸ ਨਹੀਂ ਗਏ, ਕਿਤੇ ਸਾਡੇ ਨਾਲ ਸਤੀ ਨਾ ਹੋ ਜਾਵੇ, ਭਾਵ ਚਿਖਾ ਦੇ ਵਿੱਚ ਨਾ ਚਲੇ ਜਾਣ। ਆਪਣੇ ਤੇ ਤਬ ਚਹਿਤ ਵਿਸ਼ੋਰੀ, ਪਠਨ ਹੇਤ ਦਿੱਲੀ ਪੁਰ ਓਰੀ। ਇਸੇ ਕਰਕੇ ਚਾਹੁੰਦੇ ਸੀ ਸਤਿਗੁਰੂ ਕਿ ਇਹ ਦਿੱਲੀ ਦੇ ਵਿੱਚ ਚਲੇ ਜਾਣ। ਕਹਿਓ ਜਾਹੋ ਅਬ ਦੇਰ ਨ ਲਾਓ, ਬਸੋ ਸਪਤਨੀ ਹੈ ਜਿਸ ਥਾਓ। ਔਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵੀ ਮਾਤਾ ਸਾਹਿਬ ਕੌਰ ਜੀ ਨੂੰ ਕਿਹਾ ਕਿ ਤੁਸੀਂ ਦਿੱਲੀ ਚਲੇ ਜਾਓ। ਸੁਪਤਨੀ ਭਾਵ ਵੱਡੀ ਪਤਨੀ ਮਾਤਾ ਸੁੰਦਰ ਕੌਰ ਜੋ ਦਿੱਲੀ ਵੀ ਸੰਗਤਾਂ ਨੇ ਸੇਵਾ ਵਾਸਤੇ ਰੱਖ ਲਏ ਹਨ, ਉਹਨਾਂ ਕੋਲ ਚਲੇ ਜਾਓ ਜੀ। ਸਾਹਿਬ ਦੇਵੀ ਕਰ ਜੋਰੇ, ਦੀਨ ਮਨਾ ਹੋਏ ਚਰਨ ਨਿਹੋਰੇ। ਤੋ ਮਾਤਾ ਸਾਹਿਬ ਦੇਵਾ ਜੀ ਨੇ ਹੱਥ ਬੰਨ੍ਹ ਕੇ ਬੜੇ ਨਿਮਾਣੇ ਹੋ ਕੇ ਬੇਨਤੀ ਕੀਤੀ ਹੈ। ਬਿਨ ਮੋਰ ਅਲੰਬ ਨ ਕੋਈ, ਦੇਖ ਅਚਉ ਜਲ ਭੋਜਨ ਦੋਈ। ਔਰ ਕਹਿਣ ਲੱਗੇ ਤੁਹਾਡੇ ਤੋਂ ਮੇਰਾ ਕੋਈ ਆਸਰਾ ਨਹੀਂ, ਸਹਾਰਾ ਨਹੀਂ, ਤੁਹਾਡੇ ਦਰਸ਼ਨ ਕਰੇ ਤੋਂ ਬਗੈਰ ਤਾਂ ਮੈਂ ਭੋਜਨ ਨਹੀਂ ਸਕਦੀ। ਇਹ ਮੇਰਾ ਸ਼ੁਰੂ ਤੋਂ ਹੀ ਨੇਮ ਹੈ। ਜਿਸ ਵੇਲੇ ਸ਼ਾਦੀ ਵੀ ਹੋਈ ਸੀ ਗੁਰੂ ਕੇ ਲਾਹੌਰ ਵਿਖੇ, ਉਸ ਤੋਂ ਪਹਿਲਾਂ ਇਹਨਾਂ ਦੇ ਮਾਤਾ ਪਿਤਾ ਗੱਲਬਾਤ ਕਰਨ ਆਏ ਸੀ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਵੀ ਸ਼ਾਦੀ ਤਾਂ ਸ਼ਾਦੀਆਂ ਹੋ ਚੁੱਕੀਆਂ, ਦੋ ਸਾਨੂੰ ਹੁਣ ਸ਼ਾਦੀ ਦੀ ਲੋੜ ਨਹੀਂ ਹੈ। ਤਾਂ ਪਰਿਵਾਰ ਨੇ ਕਿਹਾ ਜੀ ਇਹ ਤਾਂ ਬੱਚੀ ਤੁਹਾਨੂੰ ਮਨੋਮਨੀ ਆਪਣਾ ਪਤੀ ਮੰਨ ਚੁੱਕੀ ਆ, ਹੁਣ ਕੀ ਕਰੀਏ। ਪਾਤਸ਼ਾਹ ਕਹਿਣ ਲੱਗੇ ਵੀ ਸਾਨੂੰ ਸ਼ਾਦੀ ਦੀ ਲੋੜ ਨਹੀਂ ਹੈ। ਤਾਂ ਮਾਤਾ ਸਾਹਿਬ ਕੌਰ ਜੀ ਨੂੰ ਪੁੱਛਿਆ ਬੇਟਾ ਹੁਣ ਕੀ ਕਰੀਏ। ਕਹਿਣ ਲੱਗੀ ਮੈਂ ਸ਼ਾਦੀ ਇਸ ਕਰਕੇ ਕਰਨੀ ਹੈ ਕਿ ਮੈਂ ਸਿਰਫ ਸੇਵਾ ਕਰਨੀ ਹੈ, ਮੇਰੀ ਹੋਰ ਕੋਈ ਭਾਵਨਾ ਨਹੀਂ ਹੈ। ਤੇ ਪਾਤਸ਼ਾਹ ਕਹਿੰਦੇ ਅਸੀਂ ਕਮਰ ਕੱਸਾ ਕਰ ਲਿਆ, ਭਾਵ ਜੇ ਤੂੰ ਚਾਹੇ ਅਸੀਂ ਤੇਰੇ ਤੋਂ ਕੋਈ ਬੱਚਾ ਪੈਦਾ ਨਹੀਂ ਕਰਨਾ। ਤੇ ਮਾਤਾ ਸਾਹਿਬ ਕੌਰ ਜੀ ਕਹਿਣ ਲੱਗੇ ਜੀ ਠੀਕ ਹੈ, ਮੈਨੂੰ ਇਹ ਗੱਲ ਪ੍ਰਵਾਨ ਹੈ, ਬਸ ਇੱਕੋ ਹੀ ਮੇਰਾ ਨੇਮ ਹੋਵੇਗਾ, ਮੈਂ ਤੁਹਾਡੇ ਦਰਸ਼ਨ ਕਰਕੇ ਤੁਹਾਨੂੰ ਭੋਜਨ ਛਕਾ ਕੇ ਫਿਰ ਛਕੂੰਗੀ, ਬਸ ਮੇਰਾ ਇਹ ਨੇਮ ਨਿਭ ਜਾਵੇ। ਪਾਤਸ਼ਾਹ ਕਹਿਣ ਲੱਗੇ ਫਿਰ ਠੀਕ ਆ। ਤਾਂ ਮਾਤਾ ਸਾਹਿਬ ਕੌਰ ਜੀ ਨਾਲ ਇਸ ਬਚਨ ਦੇ ਨਾਲ ਸ਼ਾਦੀ ਹੋਈ ਸੀ ਤੇ ਫਿਰ ਅੱਗੇ ਚੱਲ ਕੇ ਉਹਨਾਂ ਦੀ ਗੋਦ ਜਿਹੜਾ ਪੁੱਤਰ ਖਾਲਸਾ ਪੰਥ ਪਾਇਆ ਗਿਆ। ਤਾਂ ਅੱਜ ਮਾਤਾ ਸਾਹਿਬ ਕੌਰ ਜੀ ਕਹਿੰਦੇ ਮੇਰਾ ਉਹ ਨੇਮ ਹੈ ਜਿਹੜਾ ਉਹ ਕਿਵੇਂ ਨਿਭੇਗਾ ਕਿ ਮੈਂ ਤੁਹਾਡੇ ਦਰਸ਼ਨਾਂ ਤੋਂ ਬਗੈਰ ਭੋਜਨ ਨਹੀਂ ਛਕਣਾ ਜੀ। ਤੇ ਦਰਸ਼ਨ ਕਿਮ ਹੋਏ, ਸਾਹੋਂ ਕਸ਼ਟ ਪ੍ਰਾਨਨ ਕੋ ਕੋਈ। ਤੇ ਮਹਾਰਾਜ ਜੇ ਤੁਸੀਂ ਮੈਨੂੰ ਵਿਛੋੜ ਦਿਓਗੇ, ਮੈਨੂੰ ਛੱਡ ਜਾਓਗੇ ਤੇ ਮੈਂ ਦਰਸ਼ਨਾਂ ਤੋਂ ਬਗੈਰ ਭੋਜਨ ਨਹੀਂ ਛਕਣਾ, ਤੇ ਫਿਰ ਮੇਰਾ ਜੀਵਨ ਕਿਵੇਂ ਚੱਲੇਗਾ। ਗਤੀ ਪ੍ਰਭ ਹੋਏ ਹਮਾਰੀ, ਬਨ ਵਿਚਾਰ ਮਰ ਰਹਿਓ ਵਿਚਾਰੀ। ਔਰ ਕੌਣ ਗਤੀ ਭਾਵ ਮੇਰੀ ਕੀ ਹਾਲਤ ਹੋਵੇਗੀ, ਮੇਰਾ ਕੀ ਬਣੇਗਾ। ਮੈਂ ਤਾਂ ਲਾਚਾਰ ਬੇਵਸ ਹਾਂ, ਮੈਂ ਤੁਹਾਨੂੰ ਛੱਡ ਨਹੀਂ ਸਕਦੀ। ਖੜਗ ਆਦ ਖਟ ਅਯੁੱਧ ਧਰੇ, ਕਸ਼ਟਮ ਗੁਰੂ ਸਜਾਵਨ ਕਰੇ। ਔਰ ਜੋ ਛੇਵੇਂ ਪਾਤਸ਼ਾਹ ਜੀ ਨਾ ਆਪਣੇ ਵੱਡਾ ਸ੍ਰੀ ਸਾਹਿਬ ਤੇ 5 ਛੋਟੇ ਸ਼ਸਤਰ ਆਪਣੇ ਕਮਰ ਕਸੇ ਵਿੱਚ ਲਾਇਆ ਕਰਦੇ ਸਨ,
ਉਹ ਸ਼ਾਸਤਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਖਜ਼ਾਨੇ ਵਿੱਚ ਸਨ। ਸ੍ਰੀ ਗੋਬਿੰਦ ਸਿੰਘ ਨਿਕਟ ਮੰਗਾਏ, ਸਾਹਿਬ ਦੇਵੀ ਸੌਂਪ ਅਲਾਏ। ਔਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਨੂੰ ਉਹ ਸ਼ਾਸਤਰ ਸੰਭਾ ਦਿੱਤੇ, 5 ਛੋਟੇ ਸ਼ਾਸਤਰ ਔਰ ਇੱਕ ਵੱਡਾ ਸ੍ਰੀ ਸਾਹਿਬ 6ਵੇਂ ਪਾਤਸ਼ਾਹ ਜੀ ਦਾ ਦੇ ਕਰਕੇ ਕਹਿਣ ਲੱਗੇ ਜੀ, ਅਸਰ ਕਰੈ ਹਮਾਰੋ ਜਥਾ, ਇਨਕੋ ਅਵਲੋਕਨ ਲਖ ਤਥਾ। ਕਹਿਣ ਲੱਗੇ ਚੰਗਾ ਸਾਹਿਬ ਦੇਵਾ ਤੇਰਾ ਵੀ ਫਿਰ ਨੇਮ ਨਿਭਾ ਦਿੰਨੇ ਆ, ਜਿਵੇਂ ਤੂੰ ਸਾਡੇ ਦਰਸ਼ਨ ਕਰਦੀ ਹੈ ਤੇ ਅੱਜ ਤੋਂ ਬਾਅਦ ਜਦੋਂ ਵੀ ਤੈਨੂੰ ਸਾਡੇ ਦਰਸ਼ਨਾਂ ਦੀ ਇੱਛਾ ਹੋਵੇਗੀ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰੇਂਗੀ। ਰਾਤ ਕੋ ਜਬ ਇਸ਼ਨਾਨਾ, ਦਰਸ਼ਨ ਕਰੋ ਧਿਆਨ ਮਨ ਠਾਨਾ। ਅੰਮ੍ਰਿਤ ਵੇਲੇ ਉੱਠ ਕੇ ਜਦੋਂ ਇਸ਼ਨਾਨ ਪਾਨ ਕਰਕੇ ਤੁਸੀਂ ਇਹਨਾਂ ਸ਼ਸਤਰਾਂ ਦੇ ਦਰਸ਼ਨ ਕਰੋਗੇ ਤਾਂ ਤੁਹਾਨੂੰ ਉਸ ਵੇਲੇ ਧਿਆਨ ਵਿੱਚੋਂ ਮੇਰੇ ਦਰਸ਼ਨ ਹੋਣਗੇ ਜੀ। ਨਿਭ ਹੈ ਕੋ ਨੇਮ ਤੁਹਾਰਾ, ਲੇ ਕਰ ਪਹੁੰਚੋ ਪੁਰੀ ਮਝਾਰਾ। ਫੇਰ ਤੁਸੀਂ ਪ੍ਰਸ਼ਾਦਾ ਛਕ ਲੈਣਾ, ਇਸ ਤਰ੍ਹਾਂ ਤੁਹਾਡਾ ਨੇਮ ਨਿਭ ਜਾਵੇਗਾ। ਜਾਓ ਸਾਡੇ ਵੱਲੋਂ ਇਹ ਸ਼ਸਤਰ ਲੈ ਕੇ ਚਲੇ ਜਾਓ ਜੀ। ਇਤਿਆਦਿਕ ਕਹਿ ਬਹੁ ਸਮਝਾਈ, ਕੀਨੇ ਦਾਸ ਸੰਗ ਸਮੁਦਾਈ। ਇਉਂ ਮਾਤਾ ਜੀ ਨੂੰ ਬੜਾ ਹੀ ਸਮਝਾ ਬੁਝਾ ਕੇ ਸਤਿਗੁਰਾਂ ਜੀ ਨੇ ਭੇਜਣਾ ਕੀਤਾ, ਪਰ ਮਾਤਾ ਜੀ ਉੱਥੇ ਹੀ ਜੰਗਲ ਵਿੱਚ ਕਿਤੇ ਆਸਣ ਲਾ ਕੇ ਬੈਠ ਗਏ, ਜਿੱਥੇ ਕਿ ਹੁਣ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾਂ ਜੀ ਦਾ ਹੈ ਨੰਦੇੜ ਦੇ ਵਿੱਚ। ਤਾਂ ਗੁਰੂ ਪਿਆਰਿਓ ਜਦੋਂ ਦੁਬਾਰਾ ਕਿਤੇ ਸਤਿਗੁਰੂ ਪਾਤਸ਼ਾਹ ਜੀ ਉਹਨਾਂ ਨੂੰ ਮਿਲੇ ਤੇ ਪਤਾ ਲੱਗਿਆ ਵੀ ਸਾਹਿਬ ਦੇਵਾਂ ਤੇ ਇੱਥੇ ਹੀ ਬੈਠੇ ਹਨ। ਕਹਿਣ ਲੱਗੇ ਸਾਹਿਬ ਦੇਵਾਂ ਤੁਸੀਂ ਗਏ ਨਹੀਂ। ਮਹਾਰਾਜ ਮੈਂ ਕਿੱਥੇ ਜਾਣਾ, ਮੈਂ ਤਾਂ ਹੁਣ ਇੱਥੇ ਹੀ ਰਹਾਂਗੀ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਠੀਕ ਹੈ ਫਿਰ ਤੇਰਾ ਵੀ ਇੱਥੇ ਹੀ ਆਸਣ ਹੋਵੇਗਾ ਜਿੱਥੇ ਤੂੰ ਬੈਠੀ ਆ। ਤੋ ਮਾਤਾ ਸਾਹਿਬ ਦੇਵਾਂ ਜੀ ਦਾ ਉੱਥੇ ਹੀ ਗੁਰਦੁਆਰਾ ਸਾਹਿਬ ਬਣ ਗਿਆ, ਸਤਖਾਨ ਬਣ ਗਿਆ, ਆਸਣ ਲੱਗਿਆ ਹੈ ਜੀ। ਦਿਵਸ ਵਿਛੜੀ ਪਤੀ ਸਾਥ, ਪਤੀ ਵਰਤਾ ਚਿਤਵਤ ਤਨ ਨਾਥ। ਔਰ ਪਤੀ ਵਰਤਾ ਇਸਤਰੀ ਦੀ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਆਪਣੇ ਨਾਥ ਆਪਣੇ ਮਾਲਕ ਭਾਵ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਹਮੇਸ਼ਾ ਯਾਦ ਕਰਦੀ ਹੈ, ਭਾਵੇਂ ਕਿ ਬੇਬਸ ਹੋ ਗਈ ਹੈ। ਵਿਛੜਨਾ ਸਭ ਨੂੰ ਪੈਂਦਾ ਹੈ, ਸਮੇਂ ਸਮੇਂ ਤੇ ਰਾਣਾ ਰਾਓ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਵਾਰ ਆਪੂ ਆਪਣੀ ਕੋਈ ਨਾ ਬੰਧੈ ਧੀਰ। ਭਾਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਲੋਪ ਹੋਏ ਆ, ਪਰ ਵਿਛੋੜਾ ਤਾਂ ਪੈਣਾ ਹੀ ਸੀਗਾ। ਇਸ ਕਰਕੇ ਮਾਤਾ ਜੀ ਬੇਵਸ ਹੋ ਕੇ ਰਹਿ ਗਏ ਜੀ। ਆਗਿਆ ਮਿਟੀ ਜਾਏ ਨਾ ਕੋਈ, ਕੌਣ ਬੈਕੁੰਠ ਕੋ ਚਲਦੋ ਹੋਈ। ਇਸ ਤਰ੍ਹਾਂ ਮਾਤਾ ਜੀ ਨੇ ਉਹਨਾਂ ਦੀ ਆਗਿਆ ਫਿਰ ਨਹੀਂ ਮੇਟੀ, ਉਹਨਾਂ ਦੇ ਗੱਲ ਮੰਨ ਲਈ ਜੀ। ਸੰਗ ਸਦੀ ਕੋ ਹੋਵਨ ਮੇਰੋ, ਨਹਿ ਚਾਹਿਤ ਨੀਕੀ ਵਿਦ ਹੇਰੋ। ਸਤਿਗੁਰੂ ਪਾਤਸ਼ਾਹ ਜੀ ਚਾਹੁੰਦੇ ਸਨ ਕਿ ਕਿਤੇ ਇਹ ਸਾਡੇ ਨਾਲ ਇਸਤਰੀਆਂ ਦੀ ਤਰ੍ਹਾਂ ਸਤੀ ਨਾ ਹੋ ਜਾਵੇ, ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਹੈ, ਸਰਬ ਕਲਾ ਸਮਰੱਥ ਹੈ, ਪੂਰਾ ਗਿਆਨ ਹੈ। ਐਸੀ ਰਚਨਾ ਘਟਨਾ ਤਾਂ ਨਹੀਂ ਘਟ ਸਕਦੀ, ਪਰ ਫਿਰ ਵੀ ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਤੋਂ ਸਮੇਂ ਤੋਂ ਪਹਿਲਾਂ ਹੀ ਦੂਰ ਕੀਤਾ ਹੈ। ਤੇ ਚਿੰਤ ਸ਼ੋਕ ਕੋ ਆਗਨਾ, ਕੀਤਕ ਦਿਨ ਮਹਿ ਰਹੋ ਨਿਮਗਨ। ਔਰ ਫਿਰ ਇਸ ਕਰਕੇ ਮਾਤਾ ਜੀ ਨੇ ਸੋਚਿਆ ਵੀ ਚਲੋ ਜਿੱਥੇ ਮਹਾਰਾਜ ਰੱਖੇਗਾ ਉੱਥੇ ਰਹਾਂਗੇ। ਕੁਝ ਦਿਨ ਅਸੀਂ ਇਸ ਚਿੰਤਾ ਦੀ ਅੱਗ ਨੂੰ ਭਾਵ ਇਸ ਵਿਛੋੜੇ ਦੀ ਅੱਗ ਨੂੰ ਆਪਣੇ ਸਰੀਰ ਤੇ ਹੰਡਾਉਣਾ ਕਰਾਂਗੇ ਤੇ ਫਿਰ ਮਾਲਕ ਦੇ ਵਿੱਚ ਮਿਲਾਂਗੇ ਜੀ। ਤਨ ਸੁਕਾਏ ਪਿੰਜਰ ਕਰ ਦੇਉ, ਮਰੋ ਅੰਤ ਕੋ ਬਹੁ ਦੁਖ ਹੋ। ਤੇ ਅਖੀਰ ਜਦੋਂ ਸਮਾਂ ਆਵੇਗਾ ਸਰੀਰ ਛੱਡਣ ਦਾ ਤੇ ਛੱਡ ਦੇਣਾ ਹੈ ਜੀ। ਵਿਚਾਰ ਹੋਏ ਸੰਕਟ ਸਾਥ, ਤਿਆਗ ਨ ਸਕਹਿ ਪਰਮ ਪ੍ਰੀਨਾਥ। ਭਾਵੇਂ ਕਿ ਮਾਤਾ ਸਾਹਿਬ ਕੌਰ ਜੀ ਆਪਣੇ ਪਰਮ ਪਿਆਰੇ ਨਾਥ ਮਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਦੂਰ ਨਹੀਂ ਸੀ ਜਾ ਸਕਦੀ, ਪਰ ਜਾਣਾ ਪਿਆ ਉਹਨਾਂ ਨੂੰ ਵੀ। ਵੀਰ ਮਨਾ ਬੰਦੇ ਜੁਗ ਹਾਥ, ਅਸ਼ਰੂ ਵਿਮੋਹਿਤ ਵਿਚੋ ਵਿਮੋਚਿਤ ਪਗ ਧਰਮਾਥ। ਅੱਖਾਂ ਦੇ ਵਿੱਚੋਂ ਪਾਣੀ ਗੇਰਦੇ ਹੋਏ ਬੜੇ ਦੀਨ ਮਨਾ ਨਿਮਾਣੇ ਜੇ ਹੋ ਕੇ ਨਿਮਰਤਾ ਸਹਿਤ ਸਤਿਗੁਰਾਂ ਦੇ ਕੋਲੋਂ ਮਾਤਾ ਜੀ ਚੱਲ ਪਏ ਮੱਥਾ ਟੇਕ ਕੇ ਚਰਨਾਂ ਤੇ। ਕਰਿਓ ਗਮਨ ਕੋ ਬੇਵਸ ਹੋਈ, ਹੇਰ ਹੇਰ ਪਤੀ ਕੋ ਬਹੁ ਰੋਈ। ਔਰ ਜਾਂਦੇ ਜਾਂਦੇ ਵੀ ਵਾਰ-ਵਾਰ ਮੁੜ ਕੇ ਦੇਖਦੇ ਹਨ, ਅੱਖਾਂ 'ਚੋਂ ਪਾਣੀ ਗਿਰਦਾ ਹੈ,
ਪਰ ਇਹ ਵਿਛੋੜੇ ਦੀਆਂ ਘੜੀਆਂ ਜਿਹੜੀਆਂ ਇਹਨਾਂ ਨੂੰ ਝੱਲਣਾ ਪਿਆ ਹੈ। ਦਾਸ ਪਾਸਿਆ ਯੁੱਧ ਉਠਵਾਈ, ਨੇਕ ਨਿਜ ਆਕੇ ਕਹਿ ਕਰਦ ਚਲਵਾਈ। ਔਰ ਸੇਵਕ ਦੀ ਡਿਊਟੀ ਲਾਈ ਹੈ ਕਿ ਤੂੰ ਭਾਈ ਇਹ ਸ਼ਸਤਰ ਲੈ ਜਾ, ਨਾਲ ਜਾ, ਇਹਨਾਂ ਨੂੰ ਛੱਡ ਕੇ ਆ। ਛੜ ਡੋਰੇ ਗਮਨੀ ਮਗ ਮਾਹੂ, ਮਨ ਤੋ ਰਹਿਓ ਨਾਥ ਕੀ ਪਾਹੂ। ਹੁਣ ਭਾਵੇਂ ਸਰੀਰ ਕਰਕੇ ਮਾਤਾ ਸਾਹਿਬ ਦੇਵਾਂ ਜੀ ਜਾ ਰਹੇ ਹਨ, ਪਰ ਮਨ ਤਾਂ ਉਹਨਾਂ ਦਾ ਨਾਥ ਭਾਵ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਰਹਿ ਗਿਆ ਹੈ। ਨੀਅਤ ਮੇਲ ਕੀ ਆਸ ਚੁਕਾਈ, ਇਨ ਦੇਹਨ ਕੀ ਹੀ ਵਡਾਈ। ਇਹਨਾਂ ਸਰੀਰਾਂ ਦਾ ਇਹੋ ਹੀ ਸੁਭਾਅ ਹੈ, ਜਿਉਂਦੇ ਜਿਉਂਦੇ ਤਾਂ ਇਹ ਸਰੀਰ ਜਿਹੜੇ ਹਨ ਮਿਲ ਸਕਦੇ ਹੈ, ਪਰ ਬਾਅਦ ਦੇ ਵਿੱਚ ਇਹਨਾਂ ਦਾ ਮਿਲਣਾ ਮੁਸ਼ਕਲ ਹੈ। ਜੇ ਸਮ੍ਰਿਤੀ ਰਾਖੈ ਸੋ ਧੀਰ, ਅੰਤਵੰਤ ਹੈ ਸਕਲ ਸਰੀਰ। ਔਰ ਇਸ ਕਰਕੇ ਹੁਣ ਬਿਰਤੀ ਸਮ ਕਰਨੀ ਹੀ ਪੈਣੀ ਹੈ, ਕਿਉਂਕਿ ਅਖੀਰ ਸਾਰੇ ਹੀ ਸਰੀਰਾਂ ਦਾ ਅੰਤ ਹੋਇਆ ਕਰਦਾ। ਨਿਰਨ ਸੋ ਵਿਚਰਨ ਜਨਮ ਰੂ ਮਰਨਾ, ਬਾਲਕ ਬਿਰਧ ਹੋਏ ਕੈ ਤਰਨਾ। ਔਰ ਕੋਈ ਬੱਚਾ ਹੋਵੇ, ਬੁੱਢਾ ਹੋਵੇ, ਜਵਾਨ ਹੋਵੇ, ਇਹ ਸਰੀਰਾਂ ਦਾ ਮਿਲਣਾ ਤੇ ਵਿਛੜਨਾ ਬਣਿਆ ਰਹਿੰਦਾ। ਫਰੀਦਾ ਕਿੱਥੈ ਤੈਂਡੇ ਮਾਪਿਆ, ਜਿੰਨੀ ਤੂੰ ਜਨੋਏ ਤੈਂ ਪਾਛੇ ਹੋਏ ਚੱਲ ਗਏ, ਤੂੰ ਅਜੇ ਨਾ ਪਤੀਨੋ ਹੈ। ਇਹ ਸਰੀਰ ਜਿਹੜੇ ਹਨ ਸਦਾ ਰਹਿਣ ਵਾਲੇ ਨਹੀਂ, ਇਹਨਾਂ ਦਾ ਮਿਲਣਾ ਤੇ ਵਿਛੜਨਾ ਬਣਿਆ ਰਹਿੰਦਾ। ਸੰਜੋਗ ਵਿਜੋਗ ਦੋਇ ਕਾਰ ਚਲਾਵੇ, ਲੇਖੇ ਆਵੇ ਭਾਗ। ਜਿੰਨਾ ਕੁ ਚਿਰ ਕਿਸੇ ਦਾ ਸਮਾਂ ਹੁੰਦਾ ਇੱਕ ਦੂਜੇ ਨਾਲ ਮੇਲ ਮਿਲਾਪ ਹੁੰਦਾ, ਤੇ ਜਦੋਂ ਫਿਰ ਵਿਜੋਗ ਦਾ ਸਮਾਂ ਆ ਜਾਂਦਾ ਫਿਰ ਵਿਛੜਨਾ ਪੈਂਦਾ। ਇਸ ਕਰਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਲਿਖਦੇ ਹਨ ਕਿ ਭਾਈ ਇਹ ਸਮਾਂ ਤਾਂ ਸਭ 'ਤੇ ਹੀ ਆਉਂਦਾ ਹੈ, ਕੋਈ ਬਚਪਨ ਵਿੱਚ, ਕੋਈ ਬੁੱਢੇ ਹੋ ਕੇ, ਤੇ ਕੋਈ ਜਵਾਨ ਵਿੱਚ। ਸੂਦੇ ਸੂਦੇ ਰੇਂਗ ਚਲੋ ਤਬ ਨਤਰਤ ਕੋ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂ ਜਮ ਲੈ ਜਈ ਹੈ ਰੇ। ਇਹ ਮੌਤ ਸਭ 'ਤੇ ਆਉਣੀ ਹੈ। ਇਸ ਕਰਕੇ ਇਹ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ। ਨਹੀਂ ਅਵਸਥਾ ਥਿਰੇ ਕਦਾਈ, ਜਲ ਸਰਤਾ ਜਿਵ ਨਿਤ ਬਹਿ ਜਾਈ। ਜਿਵੇਂ ਪਾਣੀ ਨਦੀ ਦਾ ਵਹਿੰਦਾ ਰਹਿੰਦਾ ਹੈ, ਉਸੇ ਤਰ੍ਹਾਂ ਹੀ ਸਾਡਾ ਜੀਵਨ ਜਿਹੜਾ ਹੈ, ਬਚਪਨ ਤੋਂ ਜਵਾਨੀ, ਜਵਾਨੀ ਤੋਂ ਬੁਢਾਪਾ, ਬੁਢਾਪੇ ਤੋਂ ਮੌਤ। ਕਈ ਜਵਾਨੀ ਵਿੱਚ ਵੀ ਚਲੇ ਜਾਂਦੇ ਆ, ਕਈ ਬਚਪਨ ਵਿੱਚ ਵੀ ਚਲੇ ਜਾਂਦੇ ਹਨ, ਪਰ ਇਸ ਜੀਵਨ ਦਾ ਕੋਈ ਭਰੋਸਾ ਨਹੀਂ, ਕਿਉਂਕਿ ਰੁਕਦਾ ਨਹੀਂ। ਜਿਵੇਂ ਨਦੀਆਂ ਦਾ ਪਾਣੀ ਰੁਕਦਾ ਨਹੀਂ ਜੀ। ਜਗਤ ਸਭ ਝੂਠ ਪਸਾਰਾ, ਜੋ ਬਿਦਤ ਹੈ ਸੋ ਨਹੀਂ ਨਿਹਾਰਾ। ਇਹ ਸੰਸਾਰ ਜਿਹੜਾ ਹੈ ਝੂਠ ਦਾ ਪਸਾਰਾ ਹੈ। ਇਹ ਸੰਸਾਰ ਜੋ ਦਿਖਾਈ ਦੇ ਰਿਹਾ ਅਖੀਰ ਇਹ ਖਤਮ ਹੋਣ ਵਾਲਾ ਹੈ। ਜੋ ਬਿਦਤ ਹੈ ਸੋ ਨਹੀਂ ਨਿਹਾਰਾ। ਜਿਹੜੇ ਤੁਸੀਂ ਅੱਜ ਵੇਖ ਰਹੇ ਹੋ ਇਹ ਕੱਲ ਨੂੰ ਨਹੀਂ ਦਿਸਣਗੇ। ਭਾਵ ਕਿ ਹਮ ਆਦਮੀ ਹਾਂ ਇੱਕ ਦਮੀ, ਮੋਹਲ ਤਮੋਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ ਜਾ ਕੇ ਜੀ ਪ੍ਰਾਣਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੇਨਤੀ ਕਰਦਾ, ਬਿਨਵੈ ਬੇਨਤੀ ਕਰਦਾ ਕਿ ਆਓ ਉਸ ਨੂੰ ਯਾਦ ਕਰੀਏ। ਅਸੀਂ ਇੱਕ ਦਮ ਦੇ ਆਦਮੀ ਹਾਂ, ਦਮ ਸਾਹ ਆਇਆ ਤਾਂ ਆਇਆ, ਨਾ ਆਇਆ ਤੇ ਮਿੱਟੀ ਦੀ ਢੇਰੀ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਾਂ, ਰਾਮ ਕੋਇਰ ਜੀ। ਇਹ ਸੰਸਾਰ ਜਿਹੜਾ ਹੈ ਖਤਮ ਹੋਣ ਵਾਲਾ, ਜੋ ਅੱਜ ਦਿਸਦਾ ਸ਼ਾਇਦ ਉਹ ਕੱਲ ਨੂੰ ਨਾ ਦਿਸੇ ਜੀ। ਚਿਤਵਤ ਮਾਰਗ ਮੋਹ ਆਈ, ਸਨੇ ਸਨੇ ਦਿੱਲੀ ਨਿਆਰਾਈ। ਇਸ ਤਰ੍ਹਾਂ ਮਾਤਾ ਜੀ ਸੋਚਾਂ ਸੋਚਦੇ ਤੁਰੇ ਜਾ ਰਹੇ, ਦਿੱਲੀ ਵੱਲ ਜਾ ਰਹੇ ਹਨ। ਸੁਣ ਕੇ ਮਤ ਹੈ ਅਗਵਨੂ, ਸੰਗਤ ਗਈ ਅਗਰ ਤਜ ਭਗਨੂ। ਔਰ ਦਿੱਲੀ ਦੀ ਸੰਗਤ ਨੂੰ ਪਤਾ ਲੱਗਿਆ ਕਿ ਮਾਤਾ ਸਾਹਿਬ ਕੌਰ ਜੀ ਨੂੰ ਵੀ ਮੋੜ ਦਿੱਤਾ ਹੈ। ਕਹਿੰਦੀ ਅੱਗੋਂ ਸੰਗਤ ਲੈਣ ਗਈ ਹੈ। ਕਰੀ ਸਭ ਨੇ ਕਰ ਜੋਰ, ਦੀ ਕਰ ਨਾਨਾ ਭਾਂਤ ਅਕੂਰ। ਔਰ ਦਿੱਲੀ ਦੀ ਸੰਗਤ ਨੇ ਬੜੇ ਸਤਿਕਾਰ ਸਹਿਤ ਮਾਤਾ ਜੀ ਨੂੰ ਰਸਤੇ ਵਿੱਚੋਂ ਲੈ ਕੇ ਆਉਣਾ ਕੀਤਾ। ਨਮਸਕਾਰਾਂ ਕਰਦੇ ਆ, ਮੱਥੇ ਟੇਕਦੇ ਆ ਭੇਟਾਵਾਂ ਦੇ ਨਾਲ। ਸਨਮਾਨਤ ਪੁਰ ਮਹਿ ਲੈ ਆਈ, ਸੀਸ ਸੁੰਦਰੀ ਅਗਰ ਨਿਵਾਈ। ਔਰ ਸਤਿਕਾਰ ਸਹਿਤ ਉਹਨਾਂ ਨੂੰ ਉਸੇ ਘਰ ਵਿੱਚ ਲੈ ਆਂਦਾ ਜਿੱਥੇ ਮਾਤਾ ਸੁੰਦਰੀ ਜੀ ਰਹਿ ਰਹੇ ਹਨ। ਤੇ ਮਾਤਾ ਸਾਹਿਬ ਕੌਰ ਜੀ ਨੇ ਆ ਕੇ ਉਹਨਾਂ ਨੂੰ ਨਮਸਕਾਰ ਕੀਤੇ ਹੈ। ਇਸ ਪਤਨੀ ਆਪ ਸਮਾਹੀ, ਸਿਮਰਤ ਪਤੀ ਸੁਧ ਰੁਦਨ ਕਰਾਹੀ। ਹੁਣ ਦੋਨੇ ਸਾਡੀਆਂ ਮਾਤਾਵਾਂ ਸਤਿਗੁਰ ਦੀਆਂ ਦੋਨੇ ਸੁਪਤਨੀਆਂ ਇਕੱਠੀਆਂ ਹੋਈਆਂ
ਤੇ ਸਤਿਗੁਰਾਂ ਨੂੰ ਯਾਦ ਕਰਕੇ ਵਿਰਾਗ ਕਰਦੀਆਂ ਹਨ। ਦੈਵ ਕਰੀ ਗਤੀ ਕਹਾ ਹਮਾਰੀ ਅੰਤ ਸਮੈ ਗੁਰ ਬਿਰਹੋ ਮਹਿੰਡਾਰੀ। ਦੈਵ ਮਤਲਬ ਅਕਾਲ ਪੁਰਖ ਨੇ। ਦੈਵ ਦਾ ਮਤਲਬ ਇੱਥੇ ਪਰਮੇਸ਼ਰ ਨੇ, ਕਿਸਮਤ ਨੇ ਇਹ ਸਾਡੀ ਕੈਸੀ ਗਤੀ ਭਾਵ ਕੈਸਾ ਸਮਾਂ ਲਿਆ ਦਿੱਤਾ ਹੈ। ਅੰਤ ਸਮੇਂ ਅਸੀਂ ਇਕੱਠੇ ਨਹੀਂ ਰਹਿ ਸਕੇ। ਅਤ ਕਠੋਰ ਟਿਕ ਦਿੰਦੇ ਹਮਾਰੇ ਸੁਤ ਪਤ ਵਿਛੜੇ ਭੇਦ ਆਪਨ ਧਾਰੇ। ਔਰ ਕਿੰਨਾ ਕਠੋਰ ਹੈ ਸਾਡਾ ਹਿਰਦਾ, ਅਸੀਂ ਗੁਰੂ ਤੋਂ ਵਿਛੜ ਕੇ ਜਿਉਂਦੇ ਕਿਵੇਂ ਰਹਿ ਗਏ। ਭਾਵੇਂ ਕਿ ਜੀਵਨ ਸਭ ਦਾ ਅਲੱਗ-ਅਲੱਗ ਹੈ। ਪਾਤਸ਼ਾਹ ਜੀ ਦਾ ਬਚਨ ਹੈ, ਤੀਜੇ ਪਾਤਸ਼ਾਹ ਜੀ ਦਾ। ਉਹਨਾਂ ਦੇ ਸਮੇਂ ਕੀ ਹੁੰਦਾ ਸੀਗਾ, ਇਸ ਭਾਰਤ ਵਰਸ਼ ਦੇ ਲੋਕ ਜਿਹੜੇ ਸਨ, ਇੱਥੋਂ ਦੇ ਬ੍ਰਾਹਮਣਾਂ ਨੇ ਇਹੋ ਜਿਹੀਆਂ ਰੀਤੀ ਰਿਵਾਜਾਂ ਗਲਤ ਬਣਾ ਦਿੱਤੀਆਂ ਸਨ ਕਿ ਜਿਸ ਇਸਤਰੀ ਦਾ ਪਤੀ ਮਰ ਗਿਆ, ਇਹੋ ਜਿਹੇ ਰੀਤੀ ਰਿਵਾਜ ਬਣਾ ਦਿੱਤੇ ਸਨ। ਭਾਰਤ ਵਰਸ਼ ਵਿੱਚ ਚੱਲਦਾ ਸੀ ਇਹ ਕੰਮ। ਜਿਸ ਦਾ ਪਤੀ ਮਰ ਗਿਆ, ਉਸ ਦੀ ਪਤਨੀ ਜੇ ਆਪਣੇ ਪਤੀ ਨਾਲ ਰਹਿਣਾ ਚਾਹੁੰਦੀ ਆ ਤਾਂ ਉਹ ਉਸ ਮੁਰਦੇ ਦੇ ਸੰਸਕਾਰ ਹੋਣ ਵੇਲੇ ਉਹਦੇ ਨਾਲ ਹੀ ਸੜ ਕੇ ਮਰ ਜਾਵੇ ਤੇ ਗਾਂ ਸੱਚਖੰਡ ਦਰਗਾਹ ਵਿੱਚ ਫਿਰ ਇਕੱਠੇ ਹੋ ਜਾਣਗੇ। ਬਹੁਤ ਸਾਰੀਆਂ ਭੋਲੀਆਂ ਭਾਲੀਆਂ ਇਸਤਰੀਆਂ ਇਹ ਸੋਚ ਕੇ ਗੁਰੂ ਪਿਆਰਿਓ ਸਰੀਰ ਕਰਕੇ ਸੜ ਜਾਂਦੀਆਂ ਨਾਲ। ਕਈਆਂ ਨੂੰ ਧੱਕੇ ਨਾਲ ਵੀ ਸਾੜ ਦਿੱਤਾ ਜਾਂਦਾ ਉਸ ਕੁਰੀਤੀ ਦੇ ਕਾਰਨ, ਉਹਨਾਂ ਬ੍ਰਾਹਮਣਾਂ ਦੇ ਕਾਰਨ। ਕਈ ਇਸ ਕਰਕੇ ਵੀ ਸਾੜ ਦਿੰਦੇ ਵੀ ਘਰ ਵਾਲਾ ਮਾਲਕ ਜ਼ਮੀਨ ਦਾ ਮਰ ਗਿਆ, ਇਹਦਾ ਵੀ ਕੰਮ ਨਿਬੇੜੋ, ਕਿਉਂਕਿ ਇਹੋ ਜਿਹੀ ਰੀਤ ਹੀ ਇਹੋ ਜਿਹੀ ਬਣਾ ਦਿੱਤੀ, ਉਹਨੂੰ ਵੀ ਮਾਰ ਦਿੱਤਾ ਜਾਂਦਾ ਨਾਲ ਹੀ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ ਸਮਾਂ ਆਇਆ ਭਗਤਾਂ ਦਾ। ਭਗਤ ਨਾਮਦੇਵ ਜੀ ਨੇ ਇਸ ਵਿਸ਼ੇ 'ਤੇ ਬੜੀ ਜਦੋਜਹਿਦ ਕੀਤੀ ਵੀ ਇਹ ਗਲਤ ਹੈ। ਮੁਰਦੇ ਦੇ ਨਾਲ ਜਿਉਂਦੀ ਇਸਤਰੀ ਦਾ ਮੱਚਣਾ ਗਲਤ ਹੈ। ਕੋਈ ਗਾਹਾਂ ਜਾ ਕੇ ਮਿਲਾਪ ਨਹੀਂ ਹੁੰਦਾ ਗਾ। ਤਾਂ ਗੁਰੂ ਪਿਆਰਿਓ ਦੁਨੀਆ ਕਿੱਥੇ ਮੰਨਦੀ ਹੈ ਜਿੰਨਾ ਚਿਰ ਰਾਜਾ ਨਿਆਂ ਦਾ ਡੰਡਾ ਨਾ ਚੱਕੇ। ਕਹੇ ਖੁਦਾਏ ਨਾ ਮਾਨੈ, ਕੋਈ ਰੱਬ ਵੀ ਕਹੇ ਵੀ ਗਲਤ ਹੈ ਤਾਂ ਵੀ ਦੁਨੀਆ ਨਹੀਂ ਮੰਨਦੀ। ਰਾਜਾ ਨਿਆਂ ਕਰੇ ਹੱਥ ਹੋਏ, ਰਾਜੇ ਕੋਲੇ ਕਾਨੂੰਨ ਦਾ ਡੰਡਾ ਹੁੰਦਾ, ਫਿਰ ਦੁਨੀਆ ਮੰਨਦੀ ਹੈ। ਧੰਨ ਗੁਰੂ ਅਮਰਦਾਸ ਜੀ ਨੇ ਵੀ ਸੋਚਿਆ ਵੀ ਐ ਨਹੀਂ ਲੋਕ ਹਟਣੇ। ਤਾਂ ਉਹਨਾਂ ਨੇ ਫਿਰ ਆਪਣੇ ਸਮੇਂ ਦੇ ਰਾਜੇ ਅਕਬਰ ਦੇ ਨਾਲ ਬੜਾ ਮੇਲ ਮਿਲਾਪ ਸੀ, ਪਿਆਰ ਸੀ ਬੜਾ। ਉਸ ਨੂੰ ਕਿਹਾ ਵੀ ਕਾਨੂੰਨ ਬਣਾ ਵੀ ਅੱਜ ਤੋਂ ਬਾਅਦ ਜੇ ਕੋਈ ਇਸਤਰੀ ਆਪਣੇ ਮੁਰਦਾ ਪਤੀ ਨਾਲ ਸੜ ਗਈ ਤੇ ਉਸ ਨੂੰ ਸਾੜਨ ਵਾਲੇ ਜਿਹੜੇ ਵਿੱਚ ਹੋਣਗੇ ਉਹ ਸਾਰੇ ਅੱਗ 'ਚ ਪਾਏ ਜਾਣਗੇ। ਫਿਰ ਜਾ ਕੇ ਦੁਨੀਆ ਖੜੀ। ਕਹੋ ਸਤਨਾਮ। ਅਕਬਰ ਨੇ ਕਾਨੂੰਨ ਬਣਾਇਆ ਫਿਰ। ਤਾਂ ਗੁਰੂ ਪਿਆਰਿਓ ਸਤਿਗੁਰਾਂ ਨੇ ਇਸ ਵਿਸ਼ੇ ਨੂੰ ਬਾਣੀ ਵਿੱਚ ਵੀ ਲਿਆਂਦਾ। ਸਤੀਆਂ ਇਹ ਨਾ ਆਖੀਆਂ ਜੇ ਮੜੀਆਂ ਲੱਗ ਜਲਨ। ਉਹ ਸਤੀਆਂ ਥੋੜ੍ਹਾ ਹੀ ਆ ਜਿਹੜੀਆਂ ਸ਼ਮਸ਼ਾਨ ਘਾਟ ਦੇ ਵਿੱਚ ਆਪਣੇ ਮੁਰਦਾ ਪਤੀ ਦੀ ਚਿਖਾ ਵੀ ਸੜ ਜਾਂਦੀਆਂ, ਉਹ ਸਤੀਆਂ ਨਹੀਂ ਹੈ। ਸਤੀਆਂ ਇਹ ਨਾ ਆਖੀਆਂ ਜੇ ਮੜੀਆਂ ਲੱਗ ਜਲਨ। ਨਾਨਕ ਸਤੀਆਂ ਜਾਨੀਆਂ ਜੇ ਬਿਰਹਿ ਚੋਟ ਮਰਨ। ਮੈਂ ਮੰਨਦਾ ਉਹ ਸਤੀ ਹੋਵੇਗੀ ਜਿਹੜੀ ਪਹਿਲਾਂ ਆਪਣੇ ਪਤੀ ਦਾ ਵਿਛੋੜਾ ਨਾ ਝੱਲਦੀ ਹੋਈ ਸਰੀਰ ਤਿਆਗ ਦੇਵੇ। ਪਹਿਲਾਂ ਮਰ ਜਾਵੇ, ਨਹੀਂ ਚੱਲਿਆ ਗਿਆ ਵਿਛੋੜਾ, ਜਾਨ ਨਿਕਲ ਜਾਵੇ, ਮੈਂ ਮੰਨਦਾ ਉਹਨੂੰ ਸਤੀ। ਜਾਂ ਫਿਰ ਉਹ ਵੀ ਸਤੀਆਂ ਸੇਤੀ ਸਤੀਆਂ ਜਾਨੀਆਂ ਸੀਲ ਸੰਤੋਖ ਰਹਨ। ਆਪਣਾ ਰਹਿੰਦਾ ਜੀਵਨ ਸਬਰ ਸੰਤੋਖ ਨਾਲ ਬਤੀਤ ਕਰਨ ਪਤੀ ਦੀ ਯਾਦ ਵਿੱਚ। ਨਿਤ ਉੱਠ ਸੰਭਾਲਣ ਸਾਈਂ ਆਪਣਾ। ਜਾਂ ਫਿਰ ਉਹ ਸਤੀਆਂ। ਤਾਂ ਇੱਥੇ ਮਾਤਾ ਜੀ ਆਪਣੇ ਆਪ ਨੂੰ ਕਹਿ ਰਹੇ ਆ ਕਿ ਅਸੀਂ ਕਿੰਨੇ ਕਠੋਰ ਆ। ਸਾਡਾ ਪਤੀ ਸਾਨੂੰ ਛੱਡ ਕੇ ਵਿਛੜ ਗਿਆ ਹੈ ਔਰ ਅਸੀਂ ਹਜੇ ਜਿਉਂਦੇ ਫਿਰਦੇ ਹਾਂ। ਅਸਲ ਦੇ ਵਿੱਚ ਸਮਾਂ ਸਭ ਦਾ, ਜਿੰਨਾ ਸਮਾਂ ਲਿਖਿਆ ਉਹਨਾਂ ਸਭ ਨੂੰ ਮਿਲਣਾ। ਖੈਰ ਕਵੀ ਜੀ ਨੇ ਇਸ ਸਾਖੀ ਨੂੰ ਥੋੜ੍ਹਾ ਹੋਰ ਰੰਗ ਬਣਾਉਣ ਵਾਸਤੇ ਇਸ ਤਰ੍ਹਾਂ ਦੇ ਵਿਚਾਰ ਲਿਖਣੇ ਕੀਤੇ ਹੈ। ਤਾਂ ਮਾਤਾ ਜੀ ਸਭ ਜਾਣਦੇ ਹੈ ਕਿ ਸਮਾਂ ਸਮਰੱਥ ਹੈ। ਜਿਹੜਾ ਸਮਾਂ ਜਦੋਂ ਆਉਣਾ ਉਦੋਂ ਹੀ ਆਉਣਾ ਹੈ। ਭਾਵੇਂ ਕਿ ਭਾਈ ਸਾਹਿਬ ਜੀ ਲਿਖ ਰਹੇ ਹਨ ਕਿ ਮਾਤਾ ਜੀ ਸੋਚਦੇ ਆ ਸਾਡਾ ਦਿਲ ਕਿੰਨਾ ਕਠੋਰ ਹੈ, ਅਸੀਂ ਪਤੀ ਤੋਂ ਵਿਛੜ ਕੇ ਜਿਉਂਦੀਆਂ ਕਿਉਂ ਰਹੀਆਂ ਜੀ। ਪਰਸ ਪਰ ਦੋਨੋਂ ਰੋਈ ਤ੍ਰੀ ਸਿੱਖਣ ਕੀ ਗਤ ਦਸ ਹੋਈ। ਔਰ ਜਦੋਂ ਮਾਤਾਵਾਂ ਵਿਰਾਗ ਕਰਨ ਲੱਗੀਆਂ ਤੇ ਸੰਗਤ ਵੀ ਵਿਰਾਗ ਕਰਨ ਲੱਗੀ, ਕਿਉਂਕਿ ਸਤਿਗੁਰ ਦੇ ਦਰਸ਼ਨ ਹੀ ਐਸੇ ਹਨ। ਜਿਨੈ ਸਮੇਤ ਪ੍ਰਬੋਧਤ ਕਨੀ ਗੁਰ ਪਤਨੀ ਤੁਮ ਨਹਿ ਇਮ ਬਨੀ। ਔਰ ਸਿਆਣੀਆਂ ਸੰਗਤਾਂ ਸਮਝਾਉਂਦੀਆਂ ਸਾਰਿਆਂ ਨੂੰ ਵੀ ਰੋਣਾ ਬੰਦ ਕਰੋ, ਇਹ ਸਮਾਂ ਸਭ ਤੇ ਹੀ ਆਉਣਾ ਹੈ। ਕੀ ਹੋ ਗਿਆ ਜੇ ਗੁਰੂ ਸਾਹਿਬ ਨੰਦੇੜ ਸਾਹਿਬ ਚਲੇ ਗਏ, ਪਤਾ ਤਾਂ ਸੀਗਾ ਵੀ ਅੱਗੇ ਹੋਰ ਵੀ ਅਲੋਪ ਹੋਣ ਦਾ ਸਮਾਂ ਆ ਗਿਆ।
ਤੁਹਾਨੂੰ ਇੰਨਾ ਬੁਰਾ ਕਰਨਾ ਨਹੀਂ ਬਣਦਾ ਜੀ। ਸੇਵਾ ਕਰਹਿ ਸਰਬ ਹਮ ਦਾਸੀ, ਨਿਸ ਬਾਸੁਰ ਪਰ ਚਹਿ ਰਹਿ ਪਾਸੀ। ਕੋਈ ਗੱਲ ਨਹੀਂ ਮਾਤਾ ਜੀ, ਚੁੱਪ ਕਰੋ, ਸ਼ਾਂਤੀ ਕਰੋ। ਅਸੀਂ ਸਾਰੀਆਂ ਤੁਹਾਡੀਆਂ ਦਾਸੀਆਂ, ਤੁਹਾਡੇ ਦਾਸ ਆ। ਸਿੱਖ ਸੰਗਤਾਂ ਮਾਤਾਵਾਂ ਨੂੰ ਵਿਰਾਗ ਚੋਂ ਕੱਢਦੀਆਂ, ਚੁੱਪ ਕਰਾਉਂਦੀਆਂ। ਚੁੱਪ ਕਰੋ, ਅਸੀਂ ਤੁਹਾਡੇ ਨਾਲ ਆ। ਅਸੀਂ ਤੁਹਾਡੀ ਹਰ ਤਰ੍ਹਾਂ ਨਾਲ ਸੇਵਾ ਸੰਭਾਲ ਕਰਾਂਗੇ। ਆਦਿਕ ਬਹੁ ਭਾਖਨ ਕਰਿਓ, ਮਾਤ ਸੁੰਦਰੀ ਧੀਰਜ ਧਰਿਓ। ਇਉਂ ਮਾਤਾਵਾਂ ਨੇ ਫਿਰ ਧੀਰਜ ਧਾਰਨ ਕੀਤਾ ਹੈ ਜੀ। ਮੰਜੀ ਪਰ ਵਿਸ਼ਾਵਨੋ ਚਾਰੀ, ਮੋਹ ਆਯੁਧ ਕਰਨ ਮੋ ਟਿਕਾਏ। ਔਰ ਜਿਹੜੇ 6 ਸ਼ਾਸਤਰ ਪਾਤਸ਼ਾਹ ਨੇ ਦਿੱਤੇ ਹੈ, ਇੱਕ ਸ੍ਰੀ ਸਾਹਿਬ ਵੱਡੀ 6ਵੇਂ ਪਾਤਸ਼ਾਹ ਜੀ ਦੇ ਗਾਤਰੇ ਦੀ, ਔਰ 6 ਛੋਟੇ ਸ਼ਾਸਤਰ ਉਸ ਘਰ ਦੇ ਵਿੱਚ ਸੁੰਦਰ ਪਲੰਘਾ ਵਿਛਾਉਣਾ ਕੀਤਾ ਹੈ, ਉਹਦੇ ਉੱਪਰ ਉਹ ਸ਼ਾਸਤਰ ਸਜਾ ਦਿੱਤੇ ਜੀ। ਦੋਨੋਂ ਸਾਤ ਪ੍ਰਭਾਤ ਸ਼ਨਾਨੈ, ਉਸ ਰੂਪ ਕਰ ਤਿਨ ਕਉ ਮਾਨੈ। ਔਰ ਦੋਨੇ ਮਾਤਾਵਾਂ ਹੀ ਅੰਮ੍ਰਿਤ ਵੇਲੇ ਉੱਠ ਕੇ ਜਦ ਇਸ਼ਨਾਨ ਕਰਕੇ ਉਸ ਪਲੰਘੇ ਕੋਲ ਆ ਕੇ ਉਹਨਾਂ ਸ਼ਾਸਤਰਾਂ ਵਿੱਚੋਂ ਗੁਰੂ ਦਾ ਧਿਆਨ ਧਰਦੀਆਂ ਹਨ। ਪੁਸ਼ਪ ਧੂਪ ਚੰਦਨ ਚਰਵਾ ਚਰਚਾਵੈ, ਦਰਸ਼ਨ ਕਰ ਭੋਜਨ ਕੋ ਖਾਵੈ। ਔਰ ਉਹਨਾਂ ਸ਼ਾਸਤਰਾਂ ਦੀ ਸੇਵਾ ਅਰਚਨਾ ਕਰਕੇ ਉਹਨਾਂ ਨੂੰ ਦਰਸ਼ਨ ਹੁੰਦੇ ਆ, ਫਿਰ ਦੋਨੇ ਮਾਤਾਵਾਂ ਭੋਜਨ ਛਕਦੀਆਂ। ਤੋ ਗੁਰੂ ਪਿਆਰਿਓ, ਸਤਿਗੁਰਾਂ ਨੇ ਜਿਹੜੇ ਸਿੱਖ ਨੂੰ 5 ਕਕਾਰ ਦਿੱਤੇ ਆ, ਇੱਕ ਤਾਂ ਕੇਸ, ਜਿਹੜੇ ਕਿ ਮੁਗਲਾਂ ਨੇ ਗੁਰੂ ਪਿਆਰਿਓ ਭਾਰਤ ਵਾਸੀਆਂ ਨੂੰ ਰੱਖਣ ਤੋਂ ਰੋਕ ਦਿੱਤਾ ਸੀਗਾ, ਤਾਂ ਲੋਕ ਕੇਸ ਕਟਾਉਣ ਲੱਗ ਪਏ ਸਨ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਮੇਰਾ ਜਿਹੜਾ ਸਿੱਖ ਹੈ ਉਹ ਘੋੜਸਵਾਰੀ ਵੀ ਕਰੇਗਾ, ਸ਼ਸਤਰ ਵੀ ਪਹਿਨੇਗਾ, ਕੇਸ ਦਾੜਾ ਵੀ ਰੱਖੇਗਾ, ਸਭ ਕੁਝ ਹੋਵੇਗਾ ਮੇਰੇ ਸਿੱਖਾਂ ਦੇ ਕੋਲ, ਕੋਈ ਰੋਕ ਨਹੀਂ ਸਕਦਾ। ਅੱਗੇ 10ਵੇਂ ਜਾਮੇ ਵਿੱਚ ਤਾਂ ਜਾ ਕੇ ਪੱਕੀਆਂ ਮੋਹਰਾਂ ਲਾ ਦਿੱਤੀਆਂ ਕਿ ਕੇਸਾਂ ਤੋਂ ਬਗੈਰ ਕੋਈ ਮੇਰਾ ਸਿੱਖ ਨਹੀਂ ਹੈ, ਕੇਸ ਜ਼ਰੂਰੀ ਹਨ। ਕੇਸਾਂ ਕਰਕੇ ਸਮਝੋ ਕਿ ਕੇਸ ਗੁਰੂ ਦੀ ਮੋਹਰ ਹੈ। ਜਿਵੇਂ ਕਿਸੇ ਕਾਗਜ਼ ਤੇ ਮੋਹਰ ਲੱਗ ਜਾਵੇ ਅਫਸਰ ਦੀ, ਤਾਂ ਉਹ ਕਾਗਜ਼ ਜਿਹੜਾ ਹੈ ਪਾਵਰਫੁੱਲ ਹੋ ਜਾਂਦਾ ਹੈ। ਉਸੇ ਤਰ੍ਹਾਂ ਸਾਡੀ ਪਾਵਰ ਕੇਸਾਂ ਸਵਾਸਾਂ ਦੇ ਨਾਲ ਹੈ। ਸਾਬਤ ਸੂਰ ਦਸਤਾਰ ਸਿਰਾ ਅਸੀਂ ਪਰਮੇਸ਼ਰ ਕੋਲੋਂ ਆਏ ਆ, ਤਾਂ ਉੱਥੋਂ ਹੀ ਇਹ ਸਾਨੂੰ ਕੇਸ ਮਿਲੇ ਹੈ। ਸੰਸਾਰ ਦੇ ਲੋਕਾਂ ਨੇ ਕੱਟ ਵੱਢ ਕਰਕੇ ਧਰਮ ਚਲਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1699 ਦੀ ਵਿਸਾਖੀ ਤੋਂ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਕਹਿੰਦੇ 11 ਮਹੀਨੇ ਪਾਤਸ਼ਾਹ ਇਕਾਂਤਵਾਸ ਰਹੇ, ਪਰਮੇਸ਼ਰ ਨਾਲ ਜੁੜੇ ਰਹੇ, ਔਰ ਇਹੀ ਪੁੱਛਦੇ ਰਹੇ ਕਿ ਜਿਹੜਾ ਪੰਥ ਸਾਜਣ ਵਾਸਤੇ ਮੈਨੂੰ ਭੇਜਿਆ ਮੈਂ ਉਹਨੂੰ ਕੀ ਰੂਪ ਦੇਵਾਂ, ਕੀ ਆਖਰੀ ਸ਼ੋਹਾਂ ਦੇਵਾਂ, ਕੈਸਾ ਰੂਪ ਬਣਾਉਣਾ ਹੈ। ਤੇ ਅਕਾਲ ਪੁਰਖ ਤੋਂ ਇਹੀ ਆਵਾਜ਼ਾਂ ਆਉਂਦੀਆਂ ਕਿ ਦੁਨੀਆ ਨੇ ਕੱਟ ਵੱਢ ਕਰਕੇ ਅਧੂਰਾ ਕਰਤਾ, ਇਹਨੂੰ ਜਿਹੋ ਜਿਹਾ ਮੈਂ ਭੇਜਿਆ ਪੂਰਾ ਕਰ। ਕਹੋ ਸਤਨਾਮ ਸ੍ਰੀ। ਜਿਹੋ ਜਿਹਾ ਮੈਂ ਇਹਨੂੰ ਭੇਜਿਆ ਇਹਨੂੰ ਉਹੇ ਜਿਹਾ ਬਣਾ। ਮਰਦਾਨਾ ਜੀ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਸੀਗਾ, ਮਰਦਾਨਿਆ ਅੱਜ ਤੋਂ ਬਾਅਦ ਕੇਸ ਦਾੜਾ ਨਹੀਂ ਕੱਟਣਾ ਤਾਂ। ਮੁਸਲਮਾਨੀ ਮਤ ਮੁਤਾਬਕ ਉਸ ਤਰ੍ਹਾਂ ਦੀਆਂ ਜਿਹੜੀਆਂ ਹਨ ਕੇਸ ਦਾੜੀ ਨਹੀਂ ਕੱਟਣੇ, ਸਾਬਤ ਸੂਰਤ ਰਹਿਣਾ ਹੈ। ਉੱਥੋਂ ਬਾਅਦ ਜਿਹੜੀ ਸਿੱਖੀ ਅੱਗੇ ਚੱਲੀ ਪਾਤਸ਼ਾਹ ਦੇ ਨਾਲ ਜੁੜੀ, ਉਹ ਸਾਰੇ ਕੇਸਾਂ ਧਾਰੀ ਹੁੰਦੇ ਗਏ। ਔਰ 10ਵੇਂ ਪਾਤਸ਼ਾਹ ਜੀ ਨੇ ਪੱਕੀਆਂ ਮੋਹਰਾਂ ਲਾ ਦਿੱਤੀਆਂ, ਔਰ ਇਸ ਨੂੰ ਬੱਜਰ ਕਰੈਤ ਕਹਿ ਦਿੱਤਾ, ਜਿਹੜਾ ਸਿੱਖ ਕੇਸ ਕੱਟਦਾ ਹੈ, ਦਾੜੀ ਕੱਟਦਾ ਹੈ, ਉਹ ਮੇਰਾ ਸਿੱਖ ਨਹੀਂ ਹੈ। 4 ਬੱਜਰ ਕਰੈਤਾਂ ਤੇ 5 ਰਹਿਤਾਂ ਜਿਹੜੀਆਂ ਸਤਿਗੁਰ ਨੇ ਸਾਨੂੰ ਦੱਸਣੀਆਂ ਕੀਤੀਆਂ। ਖੈਰ 5 ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਆ ਸਾਰੀ ਗੱਲ ਦੱਸਦੇ ਆ। ਤੋ ਇਸ ਕਰਕੇ ਸਾਬਤ ਸੂਰਤ ਦਸਤਾਰ ਸਿਰਾ ਇਹ ਅਕਾਲ ਪੁਰਖ ਦੀ ਬਣਾਈ ਹੋਈ ਸਾਨੂੰ ਸੁੰਦਰ ਸਰੂਪ ਦੇਣਾ ਕੀਤਾ ਹੈ। ਔਰ ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਅਮਰ ਦੀ ਦਾਤ ਤਿਆਰ ਕਰਕੇ ਐਸਾ ਕੌਤਕ ਕੀਤਾ, ਤੇ ਫਿਰ 80,000 ਦੇ ਇਕੱਠ ਨੇ ਉਹ ਅਮਰ ਦੀ ਦਾਤ ਪ੍ਰਾਪਤ ਕੀਤੀ, ਤੇ ਨਾਲ ਜਿਹੜੀਆਂ ਰਹਿਤਾਂ ਕੁਰਹਿਤਾਂ ਦੱਸਣੀਆਂ ਕੀਤੀਆਂ। ਅੱਜ ਤੋਂ ਬਾਅਦ ਕੋਈ ਦਾਸ ਨਹੀਂ, ਕੋਈ ਰਾਮ ਨਹੀਂ, ਕੋਈ ਚੰਦ ਨਹੀਂ, ਕੋਈ ਨੰਦ ਨਹੀਂ, ਤੁਸੀਂ ਸਾਰੇ ਸਿੰਘ ਹੋ। ਆਪਣੇ ਨਾਮ ਦੇ ਨਾਲੋਂ ਸਭ ਕੁਝ ਕੱਟ ਦਿਓ। ਤੁਹਾਡੀ ਪੁਰਾਣੀ ਜਾਤ ਪਾਤ ਖਤਮ, ਤੁਹਾਡੇ ਗੋਤ ਆਦਿ ਸਭ ਖਤਮ। ਅੱਜ ਤੋਂ ਬਾਅਦ ਤੁਸੀਂ ਸਿੰਘ ਹੋ। ਦਇਆ ਰਾਮ ਦਇਆ ਸਿੰਘ ਹੈ, ਜਿਵੇਂ ਧਰਮ ਚੰਦ ਧਰਮ ਸਿੰਘ ਹੈ, ਹਿੰਮਤ ਰਾਏ ਹਿੰਮਤ ਸਿੰਘ ਹੈ, ਮੋਹਕਮ ਚੰਦ ਮੋਹਕਮ ਸਿੰਘ ਹੈ, ਤੇ ਸਹਿਬ ਚੰਦ ਸਹਿਬ ਸਿੰਘ ਹੈ। ਇਸੇ ਤਰ੍ਹਾਂ ਸਾਰੇ ਤੁਸੀਂ ਆਪਣੇ ਨਾਮ ਦੇ ਨਾਲ ਸਿੰਘ ਲਾਓ, ਤੇ ਔਰ ਸਾਰੇ ਇੱਕੋ ਅਕਾਲ ਪੁਰਖ ਦੇ ਪੁੱਤਰ ਹੋ। ਤੋ ਇਸ ਕਰਕੇ ਮੇਰੇ ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ। ਮਾਤਾਵਾਂ ਜਿਹੜੀਆਂ ਹਨ ਉਹ ਤੜਕੇ ਅੰਮ੍ਰਿਤ ਵੇਲੇ ਫਿਰ ਇਸ਼ਨਾਨ ਆਦਿ ਕਰਕੇ ਉਹਨਾਂ ਸ਼ਾਸਤਰਾਂ ਦੇ ਦਰਸ਼ਨ ਕਰਦੀਆਂ,
ਔਰ ਪ੍ਰਸ਼ਾਦਾ ਪਾਣੀ ਛਕ ਲੈਂਦੀਆਂ ਜੀ। ਇੱਕ ਸੰਗਤ ਕਿਤ ਤੇ ਚੱਲ ਆਵੈ, ਗੁਰ ਸਮਾਨ ਅਵਲੋਕ ਮਨਾਵੈ। ਉਹ ਦਿੱਲੀ ਦੀਆਂ ਸੰਗਤਾਂ ਤਾਂ ਜਿੱਥੇ ਸੇਵਾ ਕਰਦੀਆਂ ਮਾਤਾ ਜੀ ਹੋਰਾਂ ਦੀਆਂ, ਉੱਥੇ ਬਾਹਰਲੀਆਂ ਸੰਗਤਾਂ ਵੀ ਦਿੱਲੀ ਜਾਂਦੀਆਂ ਕਿ ਚਲੋ ਸਤਿਗੁਰਾਂ ਦੇ ਮਹਿਲ ਜਿਹੜੇ ਦਿੱਲੀ ਹਨ, ਚਲੋ ਦਰਸ਼ਨ ਕਰਦੇ ਆ। ਜਿੱਥੇ ਮਹਿਲਾਂ ਦੇ ਦਰਸ਼ਨ ਕਰਦੇ ਮਾਤਾ ਜਾਣ ਕੇ, ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਜਾਣ ਕੇ, ਉੱਥੇ ਉਹ ਸ਼ਾਸਤਰਾਂ ਦੇ ਦਰਸ਼ਨ ਵੀ ਸੰਗਤਾਂ ਕਰਦੀਆਂ। ਪਤ ਗਨ ਉਪਹਾਰ ਅਚੇਰੀ, ਨਿਤ ਪ੍ਰਤਿ ਪੂਜਾ ਹੋਤ ਵਡੇਰੀ। ਔਰ ਬਾਹਰੋਂ ਆਉਣ ਵਾਲੀਆਂ ਸੰਗਤਾਂ ਬੇਅੰਤ ਮਾਇਆ ਹੋਰ ਭੇਟਾਵਾਂ ਲੈ ਕੇ ਆਉਂਦੀਆਂ ਤੇ ਮਾਤਾਵਾਂ ਨੂੰ ਭੇਟ ਕਰਦੀਆਂ ਹਨ। ਮਹਿਮਾ ਸ਼ਾਸਤਰਨ ਕੀ ਬਹੁ ਭਈ, ਧਰੀ ਕਾਮਨਾ ਸੋ ਸਿੱਖ ਲਈ। ਔਰ ਸ਼ਾਸਤਰ ਦੀ ਬੜੀ ਮਹਿਮਾ। ਮੈਂ ਤਾਂ ਕਹਿੰਦਾ ਸਾਡੇ ਘਰ ਦੇ ਵਿੱਚ ਵੱਡੀ ਸ੍ਰੀ ਸਭ ਹੋਣੀ ਚਾਹੀਦੀ ਆ, ਚੰਗੇ ਥਾਂ ਤੇ ਸੁੰਦਰ ਥਾਂ ਤੇ ਸਜਾਈ ਹੋਵੇ। ਤੜਕੇ ਇਸ਼ਨਾਨ ਪਾਣੀ ਕਰਕੇ ਪਹਿਲਾਂ ਉੱਥੇ ਮੱਥਾ ਟੇਕਿਆ ਕਰੋ ਸ਼ਾਸਤਰ ਨੂੰ। ਇਹ ਗੁਰੂ ਦੀ ਬਖਸ਼ਿਆ ਹੋਏ ਸ਼ਾਸਤਰ ਹੈ। 5 ਕਕਾਰ ਜਦੋਂ ਅਸੀਂ ਵੇਖਦੇ ਹਾਂ, ਪਹਿਨਦੇ ਹਾਂ, ਜਦੋਂ ਗੁਰੂ ਪਿਆਰੋ ਸਿੱਖ ਤਿਆਰ ਪ੍ਰਤਿਆਰ ਹੁੰਦਾ, ਕੇਸ ਵਾਹੁੰਦਾ ਹੈ ਤੇ ਸ਼ੀਸ਼ੇ ਵਿੱਚੋਂ ਆਪਣੇ ਸਰੂਪ ਨੂੰ ਵੇਖ ਕੇ ਗੁਰੂ ਯਾਦ ਆਉਂਦਾ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ में हो करो निवास। खालसा मेरी जान की जान, खालसा मेरो प्राण को प्राण। खालसा मेरो मुख है अंगा, खालसे केओ सरसा संगा। जबला खालसा रहे नियारा, तब लग तेज दियो मैं सारा। ते अखीर ते एक गुरु प्यारिओ जिवें डॉक्टर दवाइयां दे के परहेज दसदे, अखीर ते एक परहेज है जावे गह विपरन की रीत। जदों ये भी बामणी कर्मकांडा विच पै गया, फिर मेरा कुछ नहीं लगता, मैं ना करूँ इनकी प्रतीत। खैर सिख संगतां जिहड़ियां वो भी शास्त्रां दे दर्शन करदियां। शास्त्र की महिमा सतगुरां ने शास्त्र नाम माला अपने 10वें ग्रंथ विच भी देनी कीती है। बिन केसंग बिन शास्त्रंग नरंग भेड़ जानो। बिना शास्त्रां तो बिना केसां तो बंदा भेड़ दी न्याई है, और शास्त्र वाला उहनूं कन्नों फड़ के जिथे मर्जी लै जावे। पिछले पासे ढूई दे भावें फूक नहीं ला के अगला करे मेरे को पिस्तौल है, तेन मैं रगड़ दूँ, चल सीधा, तो बंदा सीधा तुर पैंदा भी यार किते सच्ची ना चला दे, भावें पिछे डंडा ही होवे लग्या वा। इस करके शास्त्र की महिमा ही अलग है गुरु प्यारिओ। जिस वेले बाबर चढ़ के आया एमनाबाद के उत्ते, तो एमनाबाद के जिहड़े लोग सन उत्थे बहुत सारे पीर भी रहिंदे सन, मुसलमानी मादे, उत्थे हिंदू ब्राह्मण भी रहिंदे सन। वो सारे कहते सी ऐसे मंत्र मारांगे और बाबर नूं अन्ना कर देंगे, बाबर दीयां फौजां अन्नियां हो जाणगियां। ते जिस वेले बाबर नेड़े पहुँच गया, पिंड वाले कहन लगे मारो मंत्र हुण। वो करो कुछ, वो तां नेड़े ही आ रहा। बड़े मंत्र मारे पर किहड़ा मंत्र चलना सी। कोई मुगल ना होआ अंधा किने ना परचा लाया। पढ़ो बाणी दे विचों सारी घटना। कोई मुगल ना होआ अंधा किने ना परचा लाया, मुगल पठाना भई लड़ाई। उन्नी तो पकतान चलाई, उन्नी हस्त चढ़ाई, जिनकी चीरी दरगह पाटी, तिन्ना मरना भाई। तो उत्थे गुरु नानक पातशाह जी ने भी कहा सीगा भी तुहाडे मंत्र क्यों नहीं चले इत्थे। जे तुसी शास्त्रधारी हुंदे, खतरियां ते धर्म छोड़िया, मलेश भाखिया गही, श्रेष्ठ सब एक वर्ण होई, धर्म की गत रही। जे तुहाडे कोले शास्त्र हुंदे तुसी बराबर काम कर सकदे सी, पर तुसी मंत्रां दे चक्करां च रह गए। बड़ी छोटी जी कहानी है, समझण वाली है। वैसे रेल दे विच सफ़र कर रहे आ यात्रु, एक डब्बे दे विच एक इस पासे बैठे आ कुछ धर्म दे लोग, दूजे पासे निहंग सिंह बैठे आ, गल्लां बातां चल पईयां, धर्म ते चल पईयां। वो दूजे धर्म दे लोग कहंदे साडे कोले बड़े वड्डे वड्डे मंत्र है, अखबारां 'च टीवी ते बड़ियां आउंदियां ऐडा, असीं मंत्र मार के फलाने दा ऐ कर दिआंगे, फलाने दा ऐ कर दिआंगे। तुसीं सारे पढ़े लिखे हो, दस्सण दी लोड़ ही नहीं। गल्लां चलियां, वो दूजे धर्म के लोग कहते साडे कोले बड़े मंत्र है, असीं मंत्र मार के बहुत कुछ कर सकते हैं। वो निहंग सिंह उन्होंने गुरु ते भरोसा, वो कहते मारो मंत्र, बैठे सामने। उन्होंने मंत्र मुंत्र बड़े पढ़े, की होना सी निहंग सिंघां नूं। वो कहते साडे कोल भी एक मंत्र हैगा, ते जे असीं मंत्र पढ़ दईए ना तो असीं तेरी लत्त भन सकते हैं। वो हैरान हो गया भी लत्त किवें टुट जू मंत्र नाल, कहन टुट जाती है। हुण ओह अशोपले कहन लग्या ठीक है, भन के विखा मेरी लत्त मंत्र नाल। वो निहंग सिंह कोले वो गोल जिहा रैंगला सीगा, उन्हें जखारा छड्ड के ते रैंगला मारिया ते गिट्टे कोलों भन्नती। कहो सतनाम, कहंदे ये की कीता? कहंदे सानूं सतगुर ने यही सिखाया, कहंदे छोटे मोटे काम आप ही कर लिया करो, मंत्रां दी लोड़ नहीं हैगी। कहो सतनाम। इस करके शास्त्र की बड़ी लोड़ है।
ਸਿੱਖ ਪੰਥ ਨੂੰ ਮੈਂ ਬੇਨਤੀ ਕਰਦਾ ਵੀ ਆਪਣੇ ਘਰ ਦੇ ਵਿੱਚ ਸ਼ਾਸਤਰ ਜ਼ਰੂਰ ਰੱਖੋ, ਸ੍ਰੀ ਸਾਹਿਬ ਰੱਖੋ, ਉਸ ਨੂੰ ਨਮਸਕਾਰ ਕਰੋ ਅੰਮ੍ਰਿਤ ਵੇਲੇ ਉੱਠ ਕੇ। ਸ਼ਾਸਤਰ ਦਾ ਬੜਾ ਫਾਇਦਾ ਹੈਗਾ, ਸਤਿਗੁਰਾਂ ਨੇ ਸ਼ਾਸਤਰ ਦਿੱਤੇ ਹੈ। ਅਤੇ ਜਦੋਂ ਅਸੀਂ ਸ੍ਰੀ ਸਾਹਿਬ ਨੂੰ ਹੱਥ ਲਾਉਣੇ ਆ ਅੰਮ੍ਰਿਤ ਵੇਲੇ ਉੱਠ ਕੇ, ਤਾਂ ਗੁਰੂ ਪਿਆਰੋ ਸਾਨੂੰ ਇਹਦੇ ਵਿੱਚੋਂ ਗੁਰੂ ਯਾਦ ਆਉਂਦਾ ਹੈ। ਜਦੋਂ ਅਸੀਂ ਸੱਜੇ ਹੱਥ ਨਾਲ ਕੋਈ ਕੰਮ ਕਰਦੇ ਹਾਂ, ਇਹ ਕੜਾ ਪਾਇਆ ਅਤੇ ਕੜਾ ਸਾਨੂੰ ਯਾਦ ਕਰਾਉਂਦਾ, ਵੇਖੀ ਇਸ ਹੱਥ ਨਾਲ ਕਿਸੇ ਦਾ ਨੁਕਸਾਨ ਨਾ ਕਰਦੀ, ਤੂੰ ਗੁਰੂ ਦੇ ਬੰਧਨ 'ਚ ਹੈ। ਕਹੋ ਸਤਿਨਾਮ, ਤੂੰ ਗੁਰੂ ਦੇ ਹੁਕਮ ਚੱਲ। ਇਹ ਕੜਾ ਤੇਰੇ ਗੁਰੂ ਨੇ ਤਾਂ ਪਾਇਆ ਇਸ ਹੱਥ ਵਿੱਚ ਬਈ ਇਸ ਹੱਥ ਨਾਲ ਗਲਤ ਸਹਿਣ, ਗਲਤ ਕੰਮ ਨਾ ਕਰਦੀ ਕੋਈ। ਕਹੋ ਸਤਿਨਾਮ ਸੀ। ਖੈਰ ਮਨੋਬਿਰਤੀਆਂ ਉੱਥੇ ਰੱਖੀਏ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸ਼ਾਸਤਰਾਂ ਦੀ ਬੜੀ ਮਹਿਮਾ ਸੰਗਤਾਂ ਨੇ ਫਿਰ ਜਾਣੀ ਆ। ਇਹ 6 ਸ਼ਾਸਤਰ ਕਹਿੰਦੇ ਦਿੱਲੀ ਦੇ ਵਿੱਚ ਆ ਕੇ ਸਿੱਖ ਸੰਗਤਾਂ ਦਰਸ਼ਨ ਕਰਦੀਆਂ ਹਨ। ਸਾਹਿਬ ਦੇਵੀ ਸਦਾ ਸਚਿੰਤ, ਸੌਤ ਸੁੰਦਰੀ ਨਿਕਟ ਬਸੰਤ। ਮਾਤਾ ਸਾਹਿਬ ਦੇਵਾ ਜੀ ਦੀ ਚਿੰਤਾ ਜਿਹੜੀ ਹੈ, ਭਾਵ ਧਿਆਨ ਜਿਹੜਾ ਹੈ, ਉਹ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਲੱਗਿਆ ਰਹਿੰਦਾ ਹੈ। ਔਰ ਮਾਤਾ ਸੁੰਦਰ ਕੌਰ ਜੀ ਕੋਲ ਰਹਿ ਰਹੇ ਹਨ। ਗੁਰ ਸਰੀਰ ਕੋ ਚਿਤਵਨ ਕਰਤੀ, ਨਿਸ ਦਿਨ ਧਿਆਨ ਦੇ ਪਰ ਕਰਤੀ। ਔਰ ਹਮੇਸ਼ਾ ਗੁਰੂ ਸਾਹਿਬ ਨੂੰ ਯਾਦ ਕਰਦੇ ਆ ਮਾਤਾ ਸਾਹਿਬ ਦੇਵਾ ਜੀ। ਦਿਨ ਰਾਤ ਉਹਨਾਂ ਨੂੰ ਆਪਣੇ ਧਿਆਨ ਦੇ ਵਿੱਚ ਲਿਆਉਂਦੇ ਹਨ। ਗੁਰਬਰ ਤਨ ਜਿਸ ਕੋ ਹੋਈ ਗਇਓ, ਸੌਖ ਪਦਾਇਨ ਚਿਤ ਨਿਤ ਥਇਓ। ਔਰ ਹੁਣ ਚਿੰਤਾ ਜਿਹੜੀ ਹੈ ਇਹ ਵੀ ਚਿਖਾ ਦੇ ਬਰਾਬਰ ਹੈ। ਮਾਤਾ ਜੀ ਪਾਤਸ਼ਾਹ ਨੂੰ ਯਾਦ ਕਰਦੇ ਆ। ਭੋਜਨ ਬਹੁਤ ਘਟ ਗਿਆ, ਪ੍ਰਸ਼ਾਦਾ ਬਹੁਤ ਘਟ ਗਿਆ ਹੈ, ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਬਦਨ ਆਂਸੂ ਦ੍ਰਿਗ ਗੀਰਤ, ਨਹੀਂ ਸਮੀਤ ਕੰਤ ਕੋ ਹੀਰਤ। ਔਰ ਹੁਣ ਆਪਣਾ ਕੰਤ ਕੋਲ ਨਹੀਂ ਹੈ, ਇਸ ਕਰਕੇ ਚਿਹਰਾ ਪੀਲਾ ਪੈ ਗਿਆ, ਅੱਖਾਂ 'ਚੋਂ ਪਾਣੀ ਵਗਦਾ ਰਹਿੰਦਾ ਹੈ। ਜਿਸ ਵਿਛੋੜੇ ਨੂੰ ਸਤਿਗੁਰਾਂ ਨੇ ਸ਼ਬਦ ਹਜ਼ਾਰਿਆਂ ਵਿੱਚ ਲਿਖਿਆ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤ੍ਰਿਖਾ ਨਾ ਉਤਰੇ ਸ਼ਾਂਤ ਨੇ ਆਵੈ ਬਿਨ ਦਰਸ਼ਨ, ਸੰਤ ਪਿਆਰੇ ਜੀਓ ਹਉ ਘੋਲੀ ਜੀਓ, ਘੋਲ ਘੁਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ। ਜਦੋਂ 3 ਚਿੱਠੀਆਂ ਇਕੱਠੀਆਂ ਹੋ ਗਈਆਂ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਪਿਆਰਿਓ ਜਦੋਂ ਤੀਜੀ ਚਿੱਠੀ ਵੇਖੀ, ਬਰਾਗ ਦੇ ਨਾਲ ਭਰੀ ਹੋਈ, ਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਤੋਂ ਆਪਣੇ ਕੋਲ ਮੰਗਾਇਆ, ਬਾਬਾ ਬੁੱਢਾ ਜੀ ਨੂੰ ਭੇਜ ਕੇ। ਫਿਰ ਦੂਜੀਆਂ 2 ਚਿੱਠੀਆਂ ਪ੍ਰਿਥੀ ਚੰਦ ਤੋਂ ਲਈਆਂ, 3 ਚਿੱਠੀਆਂ ਇਕੱਠੀਆਂ ਕੀਤੀਆਂ। ਔਰ ਉਸੇ ਵੇਲੇ ਹੁਕਮ ਕੀਤਾ ਕਿ ਮੈਂ ਗੁਰਤਾ ਗੱਦੀ ਦੇਣੀ ਹੈ। ਜਿਹੜਾ ਇਹਨਾਂ ਸ਼ਬਦਾਂ ਦੇ ਨਾਲ ਦਾ ਚੌਥਾ ਸ਼ਬਦ ਰਚ ਕੇ ਇਹ ਸ਼ਬਦ ਪੂਰਾ ਕਰੇਗਾ, ਮੈਂ ਗੱਦੀ ਉਹਨੂੰ ਦੇਵਾਂਗਾ। ਪਹਿਲਾ ਟਾਈਮ ਪ੍ਰਿਥੀ ਚੰਦ ਦਿੱਤਾ ਗਿਆ, ਉਹਦੇ ਕੋਲੋਂ ਕੋਈ ਸ਼ਬਦ ਨਾ ਉੜਿਆ, ਕਿਉਂਕਿ ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਸਾ ਹੋਏ। ਪ੍ਰਿਥੀ ਚੰਦ ਨੂੰ ਕਿਹਾ ਉਹਨੇ, ਕਿਉਂਕਿ ਉਹ ਤਾਂ ਈਰਖਾ ਕਰਦਾ ਸੀਗਾ ਕਿ ਮੈਂ ਗੱਦੀ ਦਾ ਮਾਲਕ ਹਾਂ, ਮੈਂ ਵੱਡਾ, ਮੈਨੂੰ ਗੱਦੀ ਮਿਲਣੀ ਚਾਹੀਦੀ ਹੈ, ਪਰ ਉਸ ਪਾਸੇ ਉਹਦਾ ਧਿਆਨ ਨਹੀਂ ਸੀਗਾ। ਜਦੋਂ ਗੁਰੂ ਅਰਜਨ ਸਮਾਂ ਦਿੱਤਾ ਗਿਆ ਤੇ ਉਹਨਾਂ ਨੇ ਚੌਥਾ ਸ਼ਬਦ ਉਚਾਰ ਦਿੱਤਾ ਕਿ ਹੁਣ ਵਿਛੋੜਾ ਖਤਮ ਹੀ ਹੋ ਗਿਆ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮੈਂ ਪਾਇਆ, ਸੇਵ ਕਰੀ ਪਰ ਚੱਸਾ ਨਾ ਵਿਛੜਾ, ਜਾਂ ਨਾਨਕ ਦਾਸ ਤੁਮਾਰੇ ਜੀਓ ਹਉ ਘੋਲੀ ਜੀਓ, ਘੋਲ ਕਮਾਈ ਜਾਂ ਨਾਨਕ ਦਾਸ ਪਿਆਰੇ ਤੁਮਾਰੇ ਜੀਓ। ਇਸ ਤਰ੍ਹਾਂ ਗੁਰੂ ਪਿਆਰੇ ਉਹ ਕਹਿੰਦੇ ਹੁਣ ਐਂ ਲੱਗਦਾ ਜਿਵੇਂ ਕਦੇ ਵਿਛੜੇ ਨਹੀਂ ਹੁੰਦੇ। ਤੋਂ ਵਿਛੋੜਾ ਬਹੁਤ ਵੱਡੀ ਚੀਜ਼ ਹੈ। ਹਾਂ, ਜੇ ਕਿਤੇ ਵਿਛੋੜੇ ਵਿੱਚ ਬਰਾਗ ਲੱਗ ਜਾਵੇ ਤੇ ਇਹ ਬਰਾਗ ਸਾਨੂੰ ਉੱਥੇ ਪਹੁੰਚਾ ਦਿੰਦਾ। ਬਾਬਾ ਫਰੀਦ ਜੀ ਕਹਿੰਦੇ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ, ਜੇ ਤਨ ਬਿਹੋ ਨਾ ਉਪਜੈ ਸੋ ਤਨ ਜਾਣ ਮਸਾਨ। ਖੈਰ ਚਲੋ, ਮਾਤਾ ਜੀ ਦੀ ਅੰਦਰ ਹਮੇਸ਼ਾ ਪਾਤਸ਼ਾਹ ਦਾ ਧਿਆਨ ਰਹਿੰਦਾ ਹੈ। ਚਿਹਰਾ ਪੀਲਾ ਪੈਂਦਾ ਹੈ, ਅੱਖਾਂ ਵਿੱਚੋਂ ਪਾਣੀ ਵਗਦਾ ਰਹਿੰਦਾ ਹੈ, ਪਾਤਸ਼ਾਹ ਨੂੰ ਯਾਦ ਕਰਦੇ ਰਹਿੰਦੇ ਹਨ। ਸ਼ਾਸਤਰ ਦਰਸ਼ਕੈ ਭੋਜਨ ਖਾਵੈ, ਅਰਬ ਆਹਾਰ ਕਤੂ ਨਹਿ ਭਾਵੈ। ਬਹੁਤ ਥੋੜਾ ਭੋਜਨ ਖਾਂਦੇ ਆ, ਅਣਸਰਦੇ ਨੂੰ ਖਾਣਾ ਵੀ ਚੰਗਾ ਨਹੀਂ ਲੱਗਦਾ। ਸਤਿਗੁਰ ਦਾ ਹੁਕਮ ਮੰਨ ਕੇ ਸ਼ਾਸਤਰਾਂ ਦੇ ਦਰਸ਼ਨ ਕਰਕੇ ਭੋਜਨ ਛਕ ਲੈਂਦੇ ਜੀ। ਆਪਣੀ ਵੈ ਸਕਲ ਬਿਤਾਈ, ਪ੍ਰੇ ਪਤੀ ਮਹਿ ਚਿਤ ਬ੍ਰਿਤ ਲਗਾਈ। ਤਾਂ ਰਹਿੰਦੀ ਉਮਰ ਮਾਤਾ ਸਾਹਿਬ ਕੌਰ ਜੀ ਨੇ ਆਪਣੀ ਬਿਰਤੀ ਸੁਰਤੀ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਦੇ ਵਿੱਚ ਧਿਆਨ ਦੇ ਵਿੱਚ ਲਾ ਕੇ ਬਤੀਤ ਕੀਤੀ ਹੈ। ਸੁੰਦਰੀ ਸਭ ਵਿਵਹਾਰ, ਲੈਨ ਦੇਨ ਕੀ ਜੇਤ ਟਕਾਰ। ਤੇ ਮਾਤਾ ਸੁੰਦਰੀ ਜੀ ਜਿਹੜੇ ਹਨ ਉਹ ਸਾਰੇ ਕੰਮ ਨੂੰ ਵੇਖਦੇ ਹੈ, ਘਰ ਚਲਾਉਂਦੇ ਹਨ। ਔਰ ਇਹਨਾਂ ਨੇ ਸਤਿਗੁਰਾਂ ਦਾ ਹੁਕਮ ਮੰਨ ਕੇ ਇੱਕ ਪੁੱਤਰ ਕਿਸੇ ਦਾ ਬੱਚਾ ਗੋਦ ਲੈ ਲਿਆ ਸੀ। ਕੇ ਸਮ ਅਜੀਤ ਸਿੰਘ ਪਾਰੈ, ਬਹੁ ਸਨੇਹ ਕਰ ਭੋਜਨ ਖਵਾਰੈ। ਇਹਨਾਂ ਦੇ ਇੱਕ ਪੁੱਤਰ ਸੀ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ, ਉਹ ਸ਼ਹੀਦ ਹੋ ਗਏ ਸਨ ਜੰਗ ਦੇ ਮੈਦਾਨ ਵਿੱਚ।
ਇਸ ਕਰਕੇ ਇਹਨਾਂ ਨੇ ਫਿਰ ਦਿੱਲੀ ਜਦੋਂ ਇਹਨਾਂ ਨੂੰ ਰੋਕਣਾ ਕੀਤਾ, ਪਾਤਸ਼ਾਹ ਨੇ ਕਿਹਾ ਤੁਸੀਂ ਇੱਥੇ ਰਹੋ, ਸੰਗਤ ਤੁਹਾਡੀ ਸੇਵਾ ਸੰਭਾਲ ਕਰਨਗੇ, ਸਾਡੇ ਨਾਲ ਜੰਗਲਾਂ 'ਚ ਕਿੱਥੇ ਜਾਓਗੇ ਤੁਸੀਂ। ਤਾਂ ਮਾਤਾ ਜੀ ਕਹਿੰਦੇ ਵੀ ਇੱਦਾਂ ਕਰੋ, ਉਹ ਖੱਤਰੀਆਂ ਦਾ ਜਿਹੜਾ ਬੱਚਾ ਹੈ ਇਹ ਮੇਰੇ ਅਜੀਤ ਸਿੰਘ ਵਰਗਾ, ਤੁਸੀਂ ਇਹ ਬੱਚਾ ਮੈਨੂੰ ਦਵਾ ਦਿਓ, ਮੈਂ ਬੱਚੇ ਨਾਲ ਜੀ ਲਾ ਲਵਾਂਗੀ। ਜਾਂ ਤਾਂ ਪਾਤਸ਼ਾਹ ਨੇ ਬਹੁਤ ਕਿਹਾ ਕਿ ਸੁੰਦਰੀ, ਕਿਸੇ ਦੇ ਬੱਚੇ ਆਪਣੇ ਬੱਚੇ ਨਹੀਂ ਬਣਿਆ ਕਰਦੇ, ਤੂੰ ਇਹ ਚੱਕਰ 'ਚ ਨਾ ਪੈ, ਤੂੰ ਬਾਣੀ ਨਾਲ ਜੀ ਲਾ ਲਾ, ਬਾਣੀ ਪੜ੍ਹਿਆ ਕਰ। ਕਹਿੰਦੀ ਨਹੀਂ ਜੀ, ਇਹ ਬੱਚਾ ਮੇਰੇ ਅਜੀਤ ਸਿੰਘ ਵਰਗਾ, ਮੈਨੂੰ ਇਹ ਦਵਾ ਦਿਓ। ਤੂੰ ਸਿੱਖਾਂ ਨੇ ਤਾਂ ਕੀ ਕਹਿਣਾ ਸੀ? ਕਹਿਣ ਲੱਗੇ ਕੋਈ ਗੱਲ ਨਹੀਂ ਮਾਤਾ ਜੀ, ਤੁਸੀਂ ਰੱਖ ਲਓ। ਤੇ ਉਹ ਮਾਤਾ ਜੀ ਨੇ ਉਹ ਬੱਚਾ ਆਪਣੇ ਕੋਲ ਰੱਖ ਲਿਆ ਤੇ ਉਸ ਬੱਚੇ ਦਾ ਨਾਮ ਅਜੀਤ ਸਿੰਘ ਰੱਖ ਲਿਆ ਔਰ ਉਸ ਨੂੰ ਆਪਣਾ ਪੁੱਤਰ ਜਾਣ ਕੇ ਉਸੇ ਤਰ੍ਹਾਂ ਪਾਲਣਾ ਪੋਸ਼ਣਾ ਕਰ ਰਹੇ ਹਨ। ਔਰ ਉਸ ਬੱਚੇ ਨੂੰ ਤਰ੍ਹਾਂ ਤਰ੍ਹਾਂ ਦੇ ਗੁਰੂ ਪਿਆਰੋ ਸੁੰਦਰ ਵਸਤਰ ਸੰਗਤਾਂ ਬਣਾ ਦਿੰਦੀਆਂ, ਤਰ੍ਹਾਂ ਤਰ੍ਹਾਂ ਦੇ ਕੰਗਣ ਸਗਲੇ ਗਹਿਣੇ ਆਦਿ ਉਹਨੂੰ ਪਹਿਨਾ ਕਰਕੇ ਮਾਤਾ ਦੇਖ ਕੇ ਖੁਸ਼ ਹੁੰਦੀ ਹੈ। ਔਰ ਗੁਰੂ ਪਿਆਰਿਓ ਸੋਨੇ ਦੇ ਗਹਿਣੇ ਹੀਰੇ ਮੋਤੀਆਂ ਨਾਲ ਜਿਹੜਾ ਉਹ ਬਣਾ ਕਰਕੇ ਆਪਣੇ ਬੱਚੇ ਨੂੰ ਪਹਿਨਾਉਂਦੇ ਆ। ਹੁਣ ਮਾਤਾ ਸਾਹਿਬ ਕੌਰ ਜੀ ਦਾ ਧਿਆਨ ਕੇਵਲ ਗੁਰੂ ਗੋਬਿੰਦ ਸਿੰਘ ਜੀ ਵਿੱਚ ਹੈ, ਮਾਤਾ ਸੁੰਦਰੀ ਜੀ ਦਾ ਧਿਆਨ ਉਸ ਬੱਚੇ ਦੇ ਵਿੱਚ ਪਰਚ ਗਿਆ ਔਰ ਮਾਤਾ ਜੀ ਸੋਚਦੇ ਆ ਬਸ ਇਹੋ ਹੀ ਮੇਰਾ ਅਜੀਤ ਸਿੰਘ ਪੁੱਤਰ ਹੈ। ਹੁਣ ਜਿਵੇਂ ਜਿਵੇਂ ਇਹ ਬੱਚਾ ਵੱਡਾ ਹੋਇਆ, ਇਸ ਨੂੰ ਬੜੇ ਕੀਮਤੀ ਘੋੜੇ ਲੈ ਕੇ ਦੇ ਦਿੱਤੇ ਹਨ। ਚੜਾਏ ਕਰਪੁਰ ਮੈਂ ਫਿਰ ਹੈ, ਗੁਰੂ ਪੁੱਤਰ ਕਹਿ ਸਕਦੇ ਹੀਰ ਹੈ। ਔਰ ਉਸ ਨੂੰ ਘੋੜੇ ਤੇ ਚੜਾਉਂਦੇ ਹਨ, ਗਲੀਆਂ ਦੇ ਵਿੱਚ ਘੁੰਮਦਾ ਰਹਿੰਦਾ। ਪਹਿਲਾਂ ਤਾਂ ਸੇਵਾਦਾਰ ਨਾਲ ਵਗ ਜਾਂਦੇ ਲਗਾਮ ਫੜ ਕੇ, ਤੇ ਦਿੱਲੀ ਦੀਆਂ ਸੰਗਤਾਂ ਉਸ ਬੱਚੇ ਨੂੰ ਗੁਰੂ ਪੁੱਤਰ ਜਾਣ ਕੇ ਪਿਆਰ ਦਿੰਦੀਆਂ। ਇਸ ਪ੍ਰਕਾਰ ਦਿੱਲੀਪੁਰ ਕਥਾ ਸਰੋਤਾ ਸੁਨੋ ਪ੍ਰੀਤ ਧਰ ਤਥਾ। ਇਉਂ ਦਿੱਲੀ ਦੇ ਵਿੱਚ ਇਹ ਵਿਚਾਰਾਂ ਚੱਲ ਰਹੀਆਂ ਹਨ। ਦੋਹਰਾ ਅਵਚਲ ਨਗਰ ਕੀ ਸੁਨੋ ਸਿੱਖ ਮਨ ਲਾਈ, ਸਿੰਘ ਨਿਗਟ ਪ੍ਰਭ ਕੀ ਰਹੈ, ਇੱਕ ਆਵੈ ਇੱਕ ਜਾਈ। ਖੈਰ ਵਿਚਾਰਾਂ ਇੱਥੇ ਰੋਕਦੇ ਹਾਂ, ਅਗਲੀ ਕਥਾ ਆਰੰਭ ਹੋ ਗਈ ਹੈ। ਦਿੱਲੀ ਦੀ ਕਥਾ ਫਿਰ ਅੱਗੇ ਆਊਗੀ। ਵਿਚਾਲ ਦੀ ਧਿਆਨ ਚਲਿਆ ਗਿਆ ਭਾਈ ਸਾਹਿਬ ਜੀ ਦਾ ਨੰਦੇੜ ਸਾਹਿਬ। ਆਓ ਗੁਰੂ ਗੋਬਿੰਦ ਸਿੰਘ ਜੀ ਉੱਥੇ ਕੀ ਕਰ ਰਹੇ ਹਨ। ਉਹਨਾਂ ਦੇ ਕੋਲ ਅਨੇਕਾਂ ਸਿੱਖ ਸੰਗਤਾਂ ਆਉਂਦੀਆਂ, ਕੋਈ ਆ ਰਿਹਾ ਕੋਈ ਜਾ ਰਿਹਾ। ਬਹਾਦਰ ਸ਼ਾਹ ਵੀ ਦਿੱਲੀ 'ਚ ਉੱਥੇ ਰਹਿ ਰਿਹਾ ਆਪਣੇ ਨੰਦੇੜ ਸਾਹਿਬ ਦੇ ਵਿੱਚ, ਸਤਿਗੁਰ ਦੇ ਨੇੜੇ ਤੰਬੂ ਲਾਏ ਹੋਏ ਹੈ। ਇਹ ਵੀ ਸਤਿਗੁਰਾਂ ਨੂੰ ਮਿਲਦਾ ਰਹਿੰਦਾ ਹੈ। ਇਹ ਵਿਚਾਰਾ ਆਪਾਂ ਅਗਲੇ ਦੀਵਾਨਾ ਵੀ ਸਰਵਣ ਕਰਾਂਗੇ। ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਹੇ ਅਚੁੱਤ ਹੇ ਪਾਰ ਬ੍ਰਹਮ ਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ, ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ, ਹੇ ਗੋਬਿੰਦ ਹੇ ਗੁਣ ਨਿਧਾਨ, ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੇ ਸੰਤ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸਰੋ, ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀਜੈ ਨਾਮ ਦਾਨ, ਆਏ ਪ੍ਰਭ ਸ਼ਰਨਾਗਤੀ, ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ, ਏਕ ਓੰਕਾਰ ਸਤਿਗੁਰੂ, ਪ੍ਰਸਾਦ ਸੱਚ ਹੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਈ, ਵਾਹਿਗੁਰੂ ਜੀ ਕੀ ਫਤਿਹ ਹੈ। ਬਿਨਾਸਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।